ਹਾਂਜੀ ਬੱਚਿਓ, ਕੰਬੋਜ ਮੈਥ ਅੱਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਣੇ ਕੋਲ ਚੈਪਟਰ ਫਸਟ ਕੰਪਲੈਕਸ ਨੰਬਰ ਚੱਲ ਰਿਹਾ। ਅੱਜ ਆਪਾਂ ਉਸ ਦਾ ਟੌਪਿਕ ਡੀਮੋਰਵੀਅਸ ਥਿਊਰਮ ਕਰਾਂਗੇ। ਕਿਹੜਾ ਟੌਪਿਕ? ਡੀਮੋਰਵੀਅਸ ਥਿਊਰਮ। ਇਹ ਥਿਊਰਮ ਆਪਾਂ ਨੂੰ ਕਹਿੰਦੀ ਕੀ ਹੈ? ਅਗਰ ਆਪਣੇ ਕੋਲ cos ਥੀਟਾ ਪਲਸ ਇਓਟਾ sin ਥੀਟਾ ਦੀ ਪਾਵਰ n ਹੈ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਹਾਂ? cos n ਥੀਟਾ ਪਲਸ ਇਓਟਾ sin n ਥੀਟਾ। ਮਤਲਬ ਕੀ ਹੈ? ਉਹ ਜੋ ਪਾਵਰ ਹੈਗੀ ਆ ਉਹ ਆਪਣੇ ਕੋਲ ਅੰਦਰ ਥੀਟਾ ਦੇ ਨਾਲ ਕੀ ਹੋ ਜਾਏਗੀ? ਮਲਟੀਪਲਾਈ ਹੋ ਜਾਏਗੀ। ਇੱਥੇ n ਆਪਣੇ ਕੋਲ ਕੀ ਆ? ਇੰਟੀਜ਼ਰਸ ਦੇ ਵਿੱਚ ਆ। ਠੀਕ ਹੈ, n ਬਿਲੋਂਗਸ ਟੂ ਇੰਟੀਜ਼ਰਸ। ਅਗਰ ਇਹਦਾ ਆਪਾਂ ਪ੍ਰੂਫ ਦੇਖੀਏ, ਪ੍ਰੂਫ ਦੇ ਵਿੱਚ ਕੀ ਆ ਆਪਣੇ ਕੋਲ? ਕੀ cos ਥੀਟਾ ਪਲਸ ਇਓਟਾ sin ਥੀਟਾ ਦੀ ਪਾਵਰ n ਹੈ। ਆਪਾਂ ਨੂੰ ਪਤਾ cos ਥੀਟਾ ਪਲਸ ਇਓਟਾ sin ਥੀਟਾ ਕੀ ਹੁੰਦੀ ਆ? ਆਇਲਰ ਥਿਊਰਮ e ਇਓਟਾ ਥੀਟਾ। ਠੀਕ ਹੈ, ਇਹਦੀ ਪਾਵਰ n ਹੋਗੀ ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? n ਅੰਦਰ ਮਲਟੀਪਲਾਈ ਹੋ ਜਾਏਗੀ ਪਾਵਰ ਦੇ ਵਿੱਚ। ਠੀਕ ਹੈ, ਤਾਂ ਹੁਣ ਇਹਨੂੰ ਆਪਾਂ ਦੁਬਾਰਾ ਫਿਰ ਕੀ ਲਿਖ ਸਕਦੇ ਹਾਂ? cos ਥੀਟਾ ਪਲਸ cos n ਥੀਟਾ ਪਲਸ ਇਓਟਾ sin n ਥੀਟਾ। ਠੀਕ ਹੈ, ਤਾਂ ਆਪਾਂ ਕੀ ਹੈ ਡੀਮੋਰਵੀਅਸ ਥਿਊਰਮ ਆਪਾਂ ਨੂੰ ਕੀ ਕਹਿੰਦੀ ਹੈ? cos ਥੀਟਾ ਪਲਸ ਇਓਟਾ sin ਦੀ ਪਾਵਰ n ਹੈ ਤਾਂ ਉਹਨੂੰ ਆਪਾਂ ਪਾਵਰਸ ਨੂੰ ਆਪਾਂ ਅੰਦਰ ਥੀਟਾ ਦੇ ਨਾਲ ਮਲਟੀਪਲਾਈ ਕਰ ਸਕਦੇ ਹਾਂ। ਇਹਦੇ ਆਪਣੇ ਕੋਲ ਰਿਮਾਰਕ ਹੈਗੇ ਆ, ਮਤਲਬ ਇਸ ਥਿਊਰਮ ਤੋਂ ਹੀ ਆਪਣੇ ਕੋਲ ਅਗਲੇ ਰਿਜ਼ਲਟ ਆ ਵਾਲੇ ਰਿਮਾਰਕ ਬਣੇ ਆ। ਕੀ ਹੈ ਫਸਟ ਆਪਣੇ ਕੋਲ? ਡੀਮੋਰਵੀਅਸ theorem is true for all real number। ਜਿਹੜੀ ਡੀਮੋਰਵੀਅਸ ਥਿਊਰਮ ਹੈਗੀ ਆ ਵਾਲਾ ਰਿਜ਼ਲਟ ਹੈ ਜੋ ਆਪਣੇ ਕੋਲ, ਇਹ ਸਾਰੇ ਰੀਅਲ ਨੰਬਰਸ ਦੇ ਲਈ ਵੈਲਿਡ ਹੈ, ਟਰੂ ਹੈ। ਠੀਕ ਹੈ, ਔਰ ਅਗਰ ਆਪਣੇ ਕੋਲ cos ਥੀਟਾ ਮਾਈਨਸ ਇਓਟਾ sin ਥੀਟਾ ਦੀ ਪਾਵਰ n ਆ ਜਾਂਦਾ ਤਾਂ ਇਹਦੇ ਤੇ ਵੀ ਡੀਮੋਰਵੀਅਸ ਥਿਊਰਮ ਐਪਲੀਕੇਬਲ ਹੈ। ਠੀਕ ਹੈ, ਪਲੱਸ ਹੈ ਤਾਂ ਵੀ ਆਪਾਂ ਨੂੰ ਕੋਈ ਫਰਕ ਨਹੀਂ ਪਏਗਾ, ਉਹਦੇ ਤੇ ਵੀ ਹੋਊਗਾ, ਔਰ ਮਾਈਨਸ ਹੈ ਤਾਂ ਵੀ, ਬਟ ਫੋਰਮ ਆ ਹੋਣੀ ਚਾਹੀਦੀ ਹੈ cos ਥੀਟਾ ਪਲੱਸ ਜਾਂ ਮਾਈਨਸ ਇਓਟਾ sin ਥੀਟਾ। ਧਿਆਨ ਆਪਣੇ ਕੋਲ ਇੱਕ ਦੋ ਚੀਜ਼ਾਂ ਹੋਰ ਧਿਆਨ ਰੱਖਣ ਵਾਲੀਆਂ ਇਹਦੇ ਵਿੱਚ। ਆਪਣੇ ਕੋਲ ਕੀ ਹੈ? ਫਸਟ, ਅਗਰ cos ਥੀਟਾ ਪਲਸ ਇਓਟਾ sin ਫਾਈ ਆ ਜਾਂਦਾ ਆਪਣੇ ਕੋਲ, ਇਹਦੀ ਪਾਵਰ n ਆ ਜਾਂਦੀ ਆ, ਤਾਂ ਇਹ ਆਪਣੇ ਕੋਲ ਇਕੁਅਲ ਨਹੀਂ ਗਾ ਕਹਿੰਦੇ cos n ਥੀਟਾ ਪਲਸ ਇਓਟਾ sin n ਫਾਈ ਦੇ। ਮਤਲਬ ਕੀ ਇਹਦਾ, ਅਗਰ ਆਪਣੇ ਕੋਲ ਇੱਥੇ ਐਂਗਲ ਦੋਨਾਂ ਦੇ ਚੇਂਜ ਹੁੰਦੇ ਆ, ਅਲੱਗ-ਅਲੱਗ ਹੁੰਦੇ ਆ, ਤਾਂ ਉੱਥੇ ਡੀਮੋਰਵੀਅਸ ਥਿਊਰਮ ਐਪਲੀਕੇਬਲ ਨਹੀਂ ਹੈ। ਠੀਕ ਹੈ, ਔਰ ਅਗਰ ਆਪਣੇ ਕੋਲ sin ਥੀਟਾ ਪਲਸ ਇਓਟਾ cos ਥੀਟਾ ਦੀ ਪਾਵਰ n ਆ ਜਾਂਦੀ ਆ ਤਾਂ ਉੱਥੇ ਵੀ ਇਹ ਥਿਊਰਮ ਐਪਲੀਕੇਬਲ ਨਹੀਂ ਹੈ। ਠੀਕ ਹੈ, ਇਹ ਧਿਆਨ ਰੱਖਣਾ, ਇਹਨਾਂ ਦੋਨਾਂ ਤੇ ਥਿਊਰਮ ਐਪਲੀਕੇਬਲ ਨਹੀਂ ਹੈ। ਆਪਾਂ ਨੂੰ ਇਦਾਂ ਦੀ ਹੀ ਫੋਰਮ ਚਾਹੀਦੀ ਹੈ। ਅਗਰ ਫੋਰਮ ਨਹੀਂ ਹੈ ਤਾਂ ਬਣਾਵਾਂਗੇ, ਜੇ ਬਣ ਸਕੀ ਤਾਂ ਫਿਰ ਉਹਦੇ ਤੇ ਡੀਮੋਰਵੀਅਸ ਥਿਊਰਮ ਅਪਲਾਈ ਹੋਏਗੀ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੁਐਸਚਨ ਕਰ ਲੈਂਦੇ ਹਾਂ। ਆਪਣੇ ਕੋਲ sin ਪਾਈ ਅਪੋਨ 3 ਪਲਸ ਇਓਟਾ cos ਪਾਈ ਅਪੋਨ 3 ਦੀ ਪਾਵਰ 3 ਆ। ਠੀਕ ਹੈ, ਇਜ਼ ਆਪਸ਼ਨਸ ਆਪਣੇ ਕੋਲ ਗਿਵਨ ਹੈ 1 -1 ਇਓਟਾ ਐਂਡ ਮਾਈਨਸ ਇਓਟਾ। ਹੁਣ ਆਪਾਂ ਨੂੰ ਪਤਾ ਵੀ ਜੋ ਡੀਮੋਰਵੀਅਸ ਥਿਊਰਮ ਹੈ ਆਪਣੇ ਕੋਲ, ਉਹਦੇ ਵਿੱਚ ਆਪਣੇ ਕੋਲ ਕੋਸ ਹੋਣਾ ਚਾਹੀਦਾ ਇੱਥੇ, ਔਰ ਇੱਥੇ ਸਾਈਨ ਹੋਣਾ ਚਾਹੀਦਾ। ਇਮੇਜਰੀ ਪਾਰਟ ਦੇ ਵਿੱਚ ਸਾਈਨ ਹੋਣਾ ਚਾਹੀਦਾ, ਬਟ ਇੱਥੇ ਕੀ ਹੈ? ਉਲਟਾ।
ठीक है। तो अपने कोल गिवन की है साइन π/3 कितना हुंदा है 60 हुंदा है प्लस एओटा कोस π/3 60 इस इन दी पावर 3 है। ठीक है। ਹੁਣ ਆਪਾਂ ਇਹਨਾਂ ਨੂੰ ਚੇਂਜ ਕਰਕੇ ਦੇਖਦੇ ਹਾਂ ਅਗਰ ਇੱਥੇ ਕੋਸ ਕਰ ਸਕੀਏ ਔਰ ਇੱਥੇ ਸਾਈਨ ਕਰ ਸਕੀਏ ਫਿਰ ਤਾਂ ਡਿਮੋਰਗਸ ਥਿਓਰਮ ਅਪਲਾਈ ਕਰ ਦਾਂਗੇ। ਠੀਕ ਹੈ। ਤਾਂ ਇਹਨੂੰ ਕੁਝ ਚੇਂਜ ਕਿੱਦਾਂ ਕਰਾਂਗੇ ਆਪਾਂ ਸਾਈਨ 60 ਕਿਹਦੇ ਇਕੁਅਲ ਹੁੰਦਾ ਕੋਸ ਦੀ ਫਾਰਮ ਦੇ ਵਿੱਚ ਆਪਣੇ ਕੋਲ ਕੋਸ 30 ਦੇ ਇਕੁਅਲ ਹੁੰਦਾ ਸਾਈਨ 60 ਇਜ਼ ਇਕੁਅਲ ਟੂ ਕੋਸ 30 ਸੇਮ ਕੋਸ 60 ਕਿਹਦੇ ਇਕੁਅਲ ਹੁੰਦਾ ਸਾਈਨ 30 ਦੇ। ਠੀਕ ਹੈ। ਤਾਂ ਇਹਨੂੰ ਆਪਾਂ ਕੀ ਲਿਖ ਲਿਆ ਕੋਸ 30 ਪਲਸ ਆਇਓਟਾ ਕੋਸ 60 ਨੂੰ ਕੀ ਲਿਖ ਲਿਆ साइन 30 इनकी पावर की होगी 3 होगी बन गई वो वाली फॉर्म हुण डिमोरगस थ्योरम अप्लाई कर देने तो क्या आ जाऊगा कोस पावर थीटा नाल मल्टीप्लाई हो जाएगी 3 × 30 प्लस एओटा साइन 3 × 30 की हो गया अपने को कोस 90 प्लस एओटा साइन 90 कोस 90 की होंदा अपने को 0 प्लस एओटा साइन 90 की हो गया 1 हो गया तो अपने को एओटा आंसर आ गया। ठीक है। तो इस तरह आप इन्हों सोल्व करते हैं डिमोरगस थ्योरम अप्लाई करते हैं। उस तो बाद अपने को अपन जिमें पता है वी नो अगर आप 4 की 1/2 करते हैं अगर 4 की 3/2 करते हैं और 4 की 5/2 करते हैं अपने को की आता 4 की 1/2 मतलब 4 का स्केयर रूट मतलब अपने को की हो गया +-2 4 की 3/2 अपने को की हो गया 4 की 3 की 1/2 मतलब 64 की 1/2 मतलब की हो गया अपने को √64 मतलब +-8। ठीक है। हुण अगर ये देखिए तो ये अपने को की आ जाऊगा 4 की पावर 5 की 1/2 का मतलब अपने को की आ गया 4 की पावर 5 और उनकी पावर 1/2 करिए तो अपने को +-32 आ गया। ठीक है। सेम उस तरह ही अपने को अगर आप 1 की पावर 1/3 करिए की आएगा अपने को क्यूब रूट ऑफ यूनिटी बन गया है तो इनकी वैल्यू अपने को की आती है यही आती है 1 ओमेगा एंड ओमेगा स्केयर। और अगर आप 8 की 1/3 करिए की आती अपने को 8 क्यूब रूट ऑफ यूनिटी करते हैं तो आप की आता अपने को 8 की पहला क्यूब करते हैं क्यूब तो बाद फिर आप 1 ओमेगा और ओमेगा स्केयर मल्टीप्लाई करते हैं मतलब कि आ गया 2 ओमेगा और 2 ओमेगा स्केयर लास्ट वीडियो आप किया। और अगर 8 की पावर 2/3 करते हैं तो की आएगा अपने को 4 ओमेगा एंड 4 ओमेगा स्केयर। ठीक है। तो इत्थे आप ध्यान दईए अपने को की है इत्थे 1 है न्यूमीनेटर दे विच इत्थे 3 है और इत्थे 5 है न्यूमीनेटर आप चेंज कर रहे हैं। ठीक है। तो अपने को इत्थे +-2 +-8 और +-32 आ रहा मतलब की है न्यूमीनेटर चेंज होने नाल अपने को दो वैल्यूज़ आ रही हैं चेंज होने नाल उन्हां ते कोई फर्क नहीं पै रहा पहली दे विच भी दूजी दे विच भी एंड तीजी दे विच भी 1 तो 3 करता 3 तो 5 करता न्यूमीनेटर आप चेंज किया बट अपने को वैल्यूज़ दो इहदे कोल आ रही हैं 2 एंड -2 8 एंड -8 एंड 32 एंड -32 तो दोनों को तिना को वैल्यूज़ आ रही हैं अपने को और डिनोमीनेटर दे विच 2 है। ठीक है। ये सेम पे अपने को तो वैल्यूज़ अपने को सेम दो आ रही हैं। ठीक है। हुण इत्थे देखिए अपने को इत्थे 1 है न्यूमीनेटर च इत्थे भी 1 है और इत्थे 2 अपने को आप न्यूमीनेटर चेंज करी जाने बट वैल्यूज़ फिर भी तिना दियाँ 3 आ रही हैं। ठीक है। मतलब कि जो अपने को डिनोमीनेटर है डिनोमीनेटर 3 है इतने डिनोमीनेटर 2 सी तो 2 वैल्यूज़ आ गई इतने डिनोमीनेटर 3 है तो अपने को 3 वैल्यूज़ आ गई इतने भी 3 है तो अपने को 3 वैल्यूज़ आ गई और फस्ट दे भी की अपने को 3 है तो 3 वैल्यूज़ आ गई इतों अपन की पता लगता है मतलब अपने को ये है कि अगर डिनोमीनेटर के अपने को जिन्नी डिनोमीनेटर होएगा उन्नियां ही वैल्यूज़ आएगियां। ठीक है। जिन्ने अपने को डिनोमीनेटर होएगा डिनोमीनेटर ते
ਹੀ ਡਿਪੈਂਡ ਕਰਦੀਆਂ ਉਨੀਆਂ ਵੈਲਿਊਜ਼ ਆਣਗੀਆਂ। ਇਹ ਰਿਜ਼ਲਟ ਆਪਣੇ ਕੋਲ ਬਣ ਰਿਹਾ। ਠੀਕ ਹੈ, ਇਹ ਤਾਂ ਸੀ ਬੇਸਿਕ ਆ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਇਹਦੇ ਨਾਲ ਆਪਣੇ ਕੋਲ ਰਿਜ਼ਲਟ ਬਣ ਗਿਆ ਕਿ we conclude numbers of answers of cos theta plus iota sin theta ਦੀ ਪਾਵਰ ਅਗਰ p over q ਦੀ ਫਾਰਮ ਦੇ ਵਿੱਚ ਹੈ, ਰੈਸ਼ਨਲ ਹੈ, ਇੱਧਰ ਵੀ ਇੱਥੇ ਵੀ ਰੈਸ਼ਨਲ ਹੈ, ਤਾਂ ਆਪਾਂ ਇਹ ਕੀ ਲਿਖ ਲਿਆ cos theta plus iota sin theta ਅਗਰ ਇਹਦੀ ਪਾਵਰ ਰੈਸ਼ਨਲ ਦੀ ਫਾਰਮ ਦੇ ਵਿੱਚ ਆ ਗਈਆਂ ਤਾਂ ਉਹਦੇ ਆਨਸਰ ਕਿੰਨੇ ਹੋਣਗੇ ਆਪਣੇ ਕੋਲ ਇਜ਼ q। ਠੀਕ ਹੈ, q ਉਹਦੀਆਂ ਵੈਲਿਊਜ਼ ਆਣਗੀਆਂ। ਠੀਕ ਹੈ, ਇਸ ਸਾਰੀ ਚੀਜ਼ ਤੋਂ ਆਪਾਂ ਕੀ ਬਣਾਇਆ, ਆਪਣੇ ਕੋਲ ਰਿਜ਼ਲਟ ਬਣ ਗਿਆ ਕਿ ਆਪਣੇ ਕੋਲ ਜਿੰਨਾ ਡਿਨੋਮੀਨੇਟਰ ਹੋਏਗਾ ਓਨੀਆਂ ਹੀ ਆਪਣੇ ਕੋਲ ਉਹਦੀਆਂ ਵੈਲਿਊਜ਼ ਆਣਗੀਆਂ। ਠੀਕ ਹੈ, ਤਾਂ ਅਗਰ ਕੋਸ ਥੀਟਾ ਪਲਸ ਇਓਟਾ ਸਾਈਨ ਥੀਟਾ ਦੀ ਪਾਵਰ p ਓਵਰ q ਹੈ ਤਾਂ ਆਪਾਂ ਨਿਊਮੀਨੇਟਰ ਨਾਲ ਆਪਣੇ ਨੂੰ ਕੋਈ ਫਰਕ ਨਹੀਂ ਪੈਣਾ, ਆਪਾਂ ਨੂੰ ਫਰਕ ਪਏਗਾ ਡਿਨੋਮੀਨੇਟਰ ਨਾਲ। ਤਾਂ ਜਿੰਨਾ ਡਿਨੋਮੀਨੇਟਰ ਆਊਗਾ ਓਨੀਆਂ ਹੀ ਆਪਣੇ ਕੋਲ ਵੈਲਿਊਜ਼ ਆਣਗੀਆਂ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਡਿਮੋਰਵੀਅਸ ਥਿਊਰਮ ਦਾ ਇੱਕ ਹੋਰ ਪਾਰਟ ਬਣਦਾ ਜਿਹਨੂੰ ਕੀ ਕਹਿੰਦੇ ਆਪਾਂ ਡਿਮੋਰਵੀਅਸ ਥਿਊਰਮ ਫॉर ਰੈਸ਼ਨਲ ਇੰਡੈਕਸ। ਮਤਲਬ ਕਿ ਅਗਰ ਆਪਣੇ ਕੋਲ ਰੈਸ਼ਨਲ ਪਾਵਰ ਆ ਜੇ ਤਾਂ ਆਪਾਂ ਉਹਨੂੰ ਕੀ ਰਿਜ਼ਲਟ ਬਣਦੇ ਆਪਣੇ ਕੋਲ ਹੁੰਦੇ। ਤਾਂ ਲੈਟ ਆਪਣੇ ਕੋਲ n ਇਜ਼ ਇਕੁਅਲ ਟੂ p ਓਵਰ q ਆ। ਆਪਣੇ ਕੋਲ ਕੀ ਸੀ cos ਥੀਟਾ ਪਲਸ ਇਓਟਾ ਸਾਈਨ ਥੀਟਾ ਦੀ ਪਾਵਰ n ਸੀ ਡਿਮੋਰਵੀਅਸ ਥਿਊਰਮ ਦੇ ਵਿੱਚ ਫਸਟ ਦੇ ਵਿੱਚ। ਹੁਣ n ਨੂੰ ਆਪਾਂ p ਓਵਰ q ਦੀ ਫਾਰਮ ਦੇ ਵਿੱਚ ਲੈ ਲਿਆ ਤਾਂ cos ਥੀਟਾ ਪਲਸ ਇਓਟਾ ਸਾਈਨ ਥੀਟਾ ਆਪਣੇ ਕੋਲ ਕੀ ਆ ਗਿਆ p ਓਵਰ q। ਠੀਕ ਹੈ, ਤਾਂ ਇਹਦੇ ਆਪਣੇ ਕੋਲ ਐਜ਼ ਐਗਜ਼ੈਕਟਲੀ q ਵੈਲਿਊਜ਼ ਆਉਂਦੀਆਂ। ਉੱਪਰੋਂ ਦੇਖ ਲਿਆ ਆਪਾਂ। ਠੀਕ ਹੈ, ਤਾਂ ਇਹਦੀਆਂ ਕੀ ਆ q ਵੈਲਿਊਜ਼ ਆਉਣਗੀਆਂ ਆਪਣੇ ਕੋਲ, ਤੇ ਇਹਨਾਂ q ਵੈਲਿਊਜ਼ ਦੇ ਵਿੱਚੋਂ ਵਨ ਆਫ ਵਿਚ ਵੈਲਿਊ ਇਜ਼ ਕਿਹੜੀ ਆਏਗੀ ਆਪਣੇ ਕੋਲ cos p ਓਵਰ q ਥੀਟਾ ਪਲਸ ਇਓਟਾ ਸਾਈਨ p ਓਵਰ q ਥੀਟਾ। ਆ ਵੈਲਿਊ ਆਪਣੇ ਕੋਲ ਜ਼ਰੂਰ ਆਏਗੀ, ਇਹ ਥਿਊਰਮ ਕਹਿੰਦੀ ਆ। ਠੀਕ ਹੈ, ਇਹ ਥਿਊਰਮ ਕੀ ਕਹਿੰਦੀ ਹੈ ਆਪਣੇ ਕੋਲ, ਇੱਕ ਤਾਂ ਇਹ ਕਹਿੰਦੀ ਹੈ ਕਿ ਆਪਣੇ ਕੋਲ q ਵੈਲਿਊਜ਼ ਆਉਣਗੀਆਂ, ਮਤਲਬ ਜਿੰਨਾ ਡਿਨੋਮੀਨੇਟਰ ਦੇ ਵਿੱਚ ਆਪਣੇ ਕੋਲ ਗਿਵਨ ਹੈ ਉਨੀਆਂ ਹੀ ਉਹਦੀਆਂ ਵੈਲਿਊਜ਼ ਆਉਣਗੀਆਂ, ਔਰ ਉਹਨਾਂ ਸਾਰੀਆਂ ਵੈਲਿਊਜ਼ ਦੇ ਵਿੱਚ ਇੱਕ ਵੈਲਿਊ ਆਪਣੇ ਕੋਲ ਇੱਦਾਂ ਦੀ ਹੋਏਗੀ ਜਿਹੜੀ ਕਿ p ਓਵਰ q ਹੀ ਬਣੇਗੀ। ਮਤਲਬ p ਓਵਰ q ਅੰਦਰ ਮਲਟੀਪਲਾਈ ਹੋ ਜਾਏਗਾ ਤਾਂ ਆ ਜਾਏਗਾ। ਮਤਲਬ ਇੱਥੋਂ ਆਪਣੇ ਕੋਲ ਕੀ ਆ ਗਿਆ cos n ਥੀਟਾ ਪਲਸ ਇਓਟਾ ਸਾਈਨ n ਥੀਟਾ ਸੋਰੀ। ਠੀਕ ਹੈ, ਆ ਗਿਆ ਆਪਣੇ ਕੋਲ, ਕਿਉਂ p ਓਵਰ q ਦੀ ਆਪਾਂ ਵੈਲਿਊ n ਪੁੱਟ ਕਰਤੀ ਜੋ ਕਿ ਬਣ ਗਈ ਸੀ। ਠੀਕ ਹੈ, ਤਾਂ ਇਹ ਆਪਣੇ ਕੋਲ ਵੈਲਿਊਜ਼ ਆਏਗੀ ਇਹਨਾਂ ਸਾਰੀਆਂ ਵੈਲਿਊਜ਼ ਦੇ ਵਿੱਚ। ਹੁਣ MCQ ਦੇ ਲਈ ਆਪਾਂ ਪ੍ਰੋਸੀਜਰ ਕਰਦੇ ਹਾਂ ਵੀ ਆਪਣੇ ਕੋਲ ਕਿਵੇਂ ਵੈਲਿਊਜ਼ ਇਹ ਸਾਰੀਆਂ q ਵੈਲਿਊਜ਼ ਆਉਣਗੀਆਂ ਆਪਣੇ ਕੋਲ, ਉਹਨਾਂ ਨੂੰ ਆਪਾਂ ਕਿਵੇਂ ਨਿਕਾਲ ਸਕਦੇ ਹਾਂ। ਪ੍ਰੋਸੀਜਰਸ ਕੀ ਆਪਣੇ ਕੋਲ we are given ਹੋਏਗਾ ਆਪਣੇ ਕੋਲ cos ਥੀਟਾ ਪਲਸ ਇਓਟਾ ਸਾਈਨ ਥੀਟਾ ਦੀ ਪਾਵਰ p ਓਵਰ q ਰੈਸ਼ਨਲ ਫਾਰਮ ਦੇ ਵਿੱਚ ਹੋਏਗੀ ਆਪਣੇ ਕੋਲ ਇਹਦੀ ਪਾਵਰ। ਠੀਕ ਹੈ, ਤਾਂ ਆਪਾਂ ਕੀ ਕਰਨਾ, ਸਟੈਪ 1 ਫਸਟ ਸਟੈਪ ਦੇ ਵਿੱਚ ਆਪਾਂ ਕੀ ਕਰਨਾ cos ਥੀਟਾ ਪਲਸ ਇਓਟਾ ਸਾਈਨ ਥੀਟਾ ਦੀ ਪਾਵਰ p ਅਲੱਗ ਕਰ ਲੈਣੀ ਆ ਨਿਊਮੀਨੇਟਰ ਵਾਲੀ, ਔਰ 1 ਓਵਰ q ਨੀਚੇ ਹੀ ਰਹਿਣ ਦੇਣੀ ਆ। ਠੀਕ ਹੈ, ਤਾਂ ਇਹ ਆਪਣੇ ਕੋਲ ਕੀ ਬਣ ਜਾਏਗਾ, ਇਹਦੇ ਤੇ ਅਗਰ ਆਪਾਂ ਉਹ ਡਿਮੋਰਵੀਅਸ ਥਿਊਰਮ ਫਸਟ ਵਾਲੀ ਅਪਲਾਈ ਕਰਦੇ ਹਾਂ ਤਾਂ ਆਪਣੇ ਕੋਲ p ਅੰਦਰ ਚਲਾ ਜਾਏਗਾ। ਆ ਬਣ ਗਿਆ ਆਪਣੇ ਕੋਲ। ਠੀਕ ਹੈ, ਉਸ ਤੋਂ ਬਾਅਦ ਸਟੈਪ 2 ਕੀ ਕਰਨਾ ਆਪਾਂ
की करना है, ऐड करना है पीरियड। ठीक है, पीरियड ऐड करना ਆਪਾਂ। ठीक है, ਕੋਸ ਥੀਟਾ ਤੇ ਸਾਈਨ ਥੀਟਾ ਦਾ ਪੀਰੀਅਡ ਕੀ ਹੁੰਦਾ ਹੈ 2 ਪਾਈ ਹੁੰਦਾ, ਤਾਂ ਆਪਾਂ ਕੀ ਕਰ ਲੈਂਦੇ ਆ p ਥੀਟਾ ਪਲੱਸ 2 ਪਾਈ ਨਾਲ ਆਪਾਂ ਇੱਕ ਕਨਸਟੈਂਟ ਲਵਾਂਗੇ। ਠੀਕ ਹੈ, k ਆਪਾਂ ਕੀ ਲੈ ਲਿਆ, ਇੱਕ ਆਰਬਿਟਰੀ ਕਨਸਟੈਂਟ ਲੈ ਲਿਆ। ਠੀਕ ਹੈ, ਤਾਂ ਆਪਾਂ ਪੀਰੀਅਡ ਐਡ ਕਰਤਾ, ਇਓਟਾ ਸਾਈਨ, ਸਾਈਨ ਦੇ ਵਿੱਚ ਵੀ p ਥੀਟਾ ਪਲੱਸ 2 ਪਾਈ k ਐਡ ਕਰ ਲਿਆ, ਤੇ ਉੱਪਰ ਆਪਣੇ ਕੋਲ ਪਾਵਰ ਕੀ ਪਈ ਸੀ 1/q ਪਈ ਸੀ। ਠੀਕ ਹੈ, ਤਾਂ ਇਹ ਆਪਣੇ ਕੋਲ ਸੈਕਿੰਡ ਸਟੈਪ ਦੇ ਵਿੱਚ ਆ ਗਿਆ। ਆਪਾਂ ਕੀ ਕਰਤਾ, ਪੀਰੀਅਡ ਐਡ ਕਰਤਾ, ਆ ਕਨਸਟੈਂਟ ਲਿਆ, ਕਿਉਂਕਿ ਆਪਣੇ ਕੋਲ ਅਗਰ 2 ਪਾਈ ਲਵਾਂਗੇ ਤਾਂ ਇੱਕ ਰਾਊਂਡ ਕਵਰ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਅਗਰ ਇੱਥੇ 1 ਲਿਆ ਤਾਂ ਇੱਕ 2 ਪਾਈ ਹੋ ਜਾਊਗਾ, ਅਗਰ 2 ਲਵਾਂਗੇ ਤਾਂ ਆਪਣੇ ਕੋਲ 4 ਪਾਈ ਹੋ ਜਾਊਗਾ, ਤਾਂ ਮਤਲਬ ਕੀ ਆ 2 ਸਰਕਲ ਪੂਰੇ ਹੋ ਜਾਣਗੇ। ਠੀਕ ਹੈ, ਐਕਸ ਐਕਸਿਸ ਔਰ ਵਾਈ ਐਕਸਿਸ ਦੇ। ਠੀਕ ਹੈ, ਔਰ ਇੱਥੇ ਵੀ ਸੇਮ ਹੈ, ਤਾਂ ਕਰਕੇ ਆਪਾਂ ਨਾਲ ਇੱਕ ਆਰਬਿਟਰੀ ਕਨਸਟੈਂਟ ਲਿੱਤਾ। ਠੀਕ ਹੈ, ਔਰ ਸਟੈਪ 3 ਵਿੱਚ ਕੀ ਕਰਨਾ ਆਪਾਂ, ਸਟੈਪ 3 ਦੇ ਵਿੱਚ ਆਪਾਂ ਫਿਰ ਇਹਦੇ ਤੇ ਫਿਰ ਆਪਾਂ ਕੀ ਡੋਮੋਰਵੀਅਸ ਥਿਓਰਮ ਲਾ ਦੇਣੀ, ਮਤਲਬ ਜਿਹੜਾ ਆਪਣੇ ਕੋਲ ਪਾਵਰ ਹੈਗੀ ਉਹ ਅੰਦਰ ਆ ਜਾਏਗੀ। ਤਾਂ ਕੀ ਹੋ ਜਾਏਗਾ ਆਪਣੇ ਕੋਲ, ਕੋਸ p ਥੀਟਾ ਪਲੱਸ 2 ਪਾਈ k ਡਿਵਾਈਡ ਬਾਈ 1/q ਹੈ, ਤਾਂ ਮਤਲਬ ਅੰਦਰ ਜਾ ਕੇ ਮਲਟੀਪਲਾਈ ਹੋ ਗਿਆ, ਤਾਂ ਮਤਲਬ 1/q ਹੋ ਗਿਆ। ਠੀਕ ਹੈ, और प्लस एयोटा साइन p थीटा प्लस 2 पाई k डिवाइड बाई क्यू आ गया अपने को। ठीक है, ਹੁਣ ਇੱਥੇ k ਆਪਣੇ ਕੋਲ ਕੀ ਹੈ, वेयर k इज इक्वल टू k ਕੀ ਆਪਣੇ ਕੋਲ ਆਊਗਾ, ਇੱਥੇ ਆਪਾਂ ਨੂੰ ਪਤਾ ਹੈ ਟੋਟਲ 1/q, ਡਿਨੋਮੀਨੇਟਰ ਦੇ ਵਿੱਚ ਆਪਣੇ ਕੋਲ q ਹੈ, ਤਾਂ ਆਪਣੇ ਕੋਲ ਟੋਟਲ ਕਿੰਨੀਆਂ ਵੈਲਿਊਜ਼ ਆਣਗੀਆਂ, q ਵੈਲਿਊਜ਼ ਆਣਗੀਆਂ। ਠੀਕ ਹੈ, ਤਾਂ k ਆਪਾਂ 0 ਤੋਂ ਸਟਾਰਟ ਕਰਨਾ ਹੈ, 0 1 2 3 ਅਪ ਟੂ ਸੂਨ ਕਿੱਥੋਂ ਤੱਕ ਚੱਲੂਗਾ, q -1 ਤੱਕ ਚੱਲੂਗਾ। q -1 ਤੱਕ ਕਿਉਂ ਚੱਲੂਗਾ, ਕਿਉਂਕਿ ਆਪਣੇ ਕੋਲ ਇੱਥੋਂ 1 ਤੋਂ ਲੈ ਕੇ q -1 ਤੱਕ ਕਿੰਨੀਆਂ ਵੈਲਿਊਜ਼ ਹੈ, q -1 ਔਰ ਇੱਕ ਵੈਲਿਊ ਆਪਣੇ ਕੋਲ a ਹੈ, ਤਾਂ ਜਦੋਂ ਇਹਨਾਂ ਨੂੰ ਐਡ ਕਰਾਂਗੇ ਆਪਣੇ ਕੋਲ ਟੋਟਲ q ਵੈਲਿਊਜ਼ ਆ ਜਾਣਗੀਆਂ। ਠੀਕ ਹੈ, ਤਾਂ ਆਪਣੇ ਕੋਲ k ਦੀ ਵੈਲਿਊ ਕੀ ਹੋਏਗੀ 0 ਤੋਂ ਲੈ ਕੇ q -1 ਤੱਕ, ਜਿੰਨਾ ਡਿਨੋਮੀਨੇਟਰ ਉਸ ਤੋਂ ਇੱਕ ਘੱਟ ਹੋਏਗੀ। ਠੀਕ ਹੈ, ਤਾਂ ਆਪਣੇ ਕੋਲ ਇੱਥੇ ਟੋਟਲ ਨੰਬਰ ਆਫ ਵੈਲਿਊਜ਼ ਕਿੰਨੀਆਂ ਹੁੰਦੀਆਂ, ਟੋਟਲ ਨੰਬਰ ਆਫ ਵੈਲਿਊ ਕਿੰਨੀਆਂ ਹੋਣਗੀਆਂ, q ਹੋਣਗੀਆਂ ਆਪਣੇ ਕੋਲ। ਠੀਕ ਹੈ, ਤਾਂ ਇਹ ਆਪਾਂ MCQ ਦੇ ਵਿੱਚ ਪ੍ਰੋਸੀਜਰ ਯੂਜ਼ ਕਰਾਂਗੇ। ਠੀਕ ਹੈ, ਹੁਣ ਅੱਗੇ ਆਪਾਂ ਨਾ ਸਕੁਅਰ ਰੂਟ ਆਫ ਯੂਨਿਟੀ ਕਰ ਲਿਆ, ਕਿਊਬ ਰੂਟ ਆਫ ਯੂਨਿਟੀ ਕਰ ਲਿਆ, ਫੋਰਥ ਰੂਟ ਆਫ ਯੂਨਿਟੀ ਕਰਾਂਗੇ, ਤਾਂ ਉੱਥੋਂ ਆਪਾਂ ਕੀ ਕਰਾਂਗੇ nth ਰੂਟ ਆਫ ਯੂਨਿਟੀ ਦੇ ਜੋ ਰਿਜ਼ਲਟ ਹੋਣਗੇ ਉਹ ਆਪਾਂ ਬਣਾਵਾਂਗੇ। ਠੀਕ ਹੈ, ਤਾਂ ਆਪਣੇ ਕੋਲ ਸਕੁਅਰ ਰੂਟ ਆਫ ਯੂਨਿਟੀ ਆ ਗਿਆ, ਕਰ ਲਿਆ ਇਹ ਆਪਾਂ, ਕਿਊਬ ਰੂਟ ਆਫ ਯੂਨਿਟੀ ਵੀ ਕਰ ਲਿਆ, फोर्थ रूट ऑफ यूनिटी। ठीक है, और अपने को nth रूट ऑफ यूनिटी, मतलब की है ਆਪਾਂ ਸਕੁਅਰ ਰੂਟ, ਕਿਊਬ ਰੂਟ ਐਂਡ ਫੋਰਥ ਰੂਟ ਤੋਂ ਆਪਾਂ ਕੀ ਹੈ ਇਹਨੂੰ ਜਨਰਲਾਈਜ਼ ਕਰਕੇ ਆਪਾਂ nth ਰੂਟ ਆਫ ਯੂਨਿਟੀ ਦਾ ਫਾਰਮੂਲੇ ਬਣਾਵਾਂਗੇ। ਠੀਕ ਹੈ, ਤਾਂ ਆਪਾਂ ਸਕੁਅਰ ਰੂਟ ਆਫ ਯੂਨਿਟੀ ਦੇ ਵਿੱਚ ਫਸਟ ਕੀ ਕੀਤਾ ਸੀ, ਆਪਣੇ ਕੋਲ ਕੀ ਹੈ ਸਕੁਅਰ ਹੈ, ਸਕੁਅਰ ਸੀ ਤਾਂ ਆਪਣੇ ਕੋਲ ਦੋ ਵੈਲਿਊਜ਼ ਆਉਂਦੀਆਂ ਸੀ, ਕਿਹੜੀਆਂ ਕਿਹੜੀਆਂ ਵੈਲਿਊਜ਼ ਆਉਂਦੀਆਂ ਸੀ ਆਪਣੇ ਕੋਲ, ਇੱਕ 1 ਆਉਂਦੀ ਸੀ ਔਰ ਇੱਕ -1 ਆਉਂਦੀ ਸੀ। ਠੀਕ ਹੈ, 2 ਵੈਲਿਊਜ਼। ਠੀਕ ਹੈ, ਕਿਊਬ ਰੂਟ ਆਫ ਯੂਨਿਟੀ ਦੇ ਵਿੱਚ ਆਪਣੇ ਕੋਲ ਕਿੰਨੀਆਂ ਵੈਲਿਊਜ਼ ਆਉਂਦੀਆਂ ਸੀ, 1 ਓਮੇਗਾ ਐਂਡ ਓਮੇਗਾ ਸਕੁਅਰ ਆਉਂਦੀਆਂ ਸੀ, ਤਾਂ 3 ਵੈਲਿਊਜ਼ ਆਉਂਦੀਆਂ ਸੀ। ਠੀਕ ਹੈ, ਉਸੇ ਤਰ੍ਹਾਂ ਆਪਣੇ ਕੋਲ फोर्थ रूट ऑफ यूनिटी अगर देखिए तो फोर्थ रूट ऑफ यूनिटी की होंगे अपने को 1 योटा योटा स्केयर और योटा क्यूब। ठीक है, ਜਾਂ ਇਹਨੂੰ ਐ ਲਿਖ ਸਕਦੇ ਹਾਂ ਆਪਾਂ योटा
एओटा 4 लिख सकते हैं। ठीक है, ਤਾਂ एओटा ਦਾ एओटा ਆਪਣੇ ਕੋਲ ਸੇਮ ਹੀ ਰਹਿ ਗਿਆ। एओटा ਸਕੁਅਰ ਕੀ ਹੁੰਦਾ ਆਪਣੇ ਕੋਲ -1, एओटा ਕਿਊਬ ਕੀ ਹੁੰਦਾ -, ਔਰ एओटा 4 ਕੀ ਹੁੰਦਾ 1 ਹੁੰਦਾ। ਤਾਂ ਆ ਆਪਣੇ ਕੋਲ ਕੀ ਆ ਗਿਆ, 4th ਰੂਟ ਆਫ ਯੂਨਿਟੀ ਆ ਗਿਆ। ਠੀਕ ਹੈ, ਤਾਂ ਇਹਦੇ ਵਿੱਚ ਆਪਣੇ ਕੋਲ ਕਿੰਨੀਆਂ ਵੈਲਿਊ ਆਈਆਂ, 4 ਵੈਲਿਊਜ਼। ਠੀਕ ਹੈ, ਸੇਮ ਉਸੇ ਤਰ੍ਹਾਂ ਅਗਰ ਆਪਾਂ ਇਸ ਰਿਜ਼ਲਟ ਨੂੰ ਦੇਖੀਏ, ਸਕੁਅਰ ਸੀ ਤਾਂ 2 ਵੈਲਿਊ, ਕਿਊਬ ਸੀ 3 ਵੈਲਿਊ, 4th ਰੂਟ ਸੀ ਤਾਂ 4 ਵੈਲਿਊ ਆ ਗਈਆਂ, ਔਰ nth ਰੂਟ ਹੋਣਗੇ ਤਾਂ ਆਪਣੇ ਕੋਲ ਕਿੰਨੀਆਂ ਵੈਲਿਊਜ਼ ਹੋਣਗੀਆਂ ਟੋਟਲ, n ਵੈਲਿਊਜ਼। n ਵੈਲਿਊਜ਼, ਨੰਬਰ ਆਫ ਵੈਲਿਊਜ਼ ਇਕੁਅਲ ਟੂ n। ਠੀਕ ਹੈ, ਤਾਂ ਕਿੰਨੀਆਂ ਵੈਲਿਊਜ਼ ਹੋਣਗੀਆਂ, n ਵੈਲਿਊਜ਼ ਹੋਣਗੀਆਂ ਆਪਣੇ ਕੋਲ। ਉਸ ਤੋਂ ਬਾਅਦ ਆਪਾਂ ਸੈਕਿੰਡ ਰਿਜ਼ਲਟ ਕੀ ਦੇਖਿਆ ਸੀ, ਸੈਕਿੰਡ ਰਿਜ਼ਲਟ ਆਪਾਂ ਕੀ ਦੇਖਿਆ ਸੀ ਕਿ ਆਪਣੇ ਕੋਲ ਜਿਹੜੀਆਂ ਇਹ ਸਾਰੀਆਂ ਵੈਲਿਊਜ਼ ਹੈਗੀਆਂ, ਠੀਕ ਹੈ, ਆ ਵੈਲਿਊਜ਼ ਹੈਗੀਆਂ, ਇਹ ਕਿਹਦੇ ਵਿੱਚ ਹੈਗੀਆਂ ਸੀ, ਜੀਪੀ ਦੇ ਵਿੱਚ। ਵੈਲਿਊਜ਼ ਆਰ ਇਨ ਜੀਪੀ, ਇਹਦੇ ਵਿੱਚ ਵੀ ਆਪਣੇ ਕੋਲ ਜੀਪੀ ਦੇ ਵਿੱਚ ਸੀ। ਠੀਕ ਹੈ, ਔਰ ਇਹਦੇ ਵਿੱਚ ਵੀ ਆਪਣੇ ਕੋਲ ਜੀਪੀ ਦੀ ਫਾਰਮ ਦੇ ਵਿੱਚ ਸੀ। ਠੀਕ ਹੈ, ਤਾਂ nth ਅਗਰ ਜਨਰਲਾਈਜ਼ ਕਰਾਂਗੇ ਤਾਂ ਆਪਣੇ ਕੋਲ nth ਰੂਟ ਦੇ ਵਿੱਚ ਵੀ, nth ਰੂਟ ਆਫ ਯੂਨਿਟੀ ਦੇ ਵਿੱਚ ਵੀ ਇਹ ਫਾਰਮ ਕੀ ਬਣਾਏਗੀ, ਜੀਪੀ ਦੀ ਹੀ ਬਣਾਏਗੀ। ਠੀਕ ਹੈ, ਥਰਡ ਦੇ ਵਿੱਚ ਆਪਾਂ ਕੀ ਕੀਤਾ ਸੀ, ਸਮ ਆਫ ਰੂਟਸ ਕੀ ਹੈਗੇ ਸੀ ਆਪਣੇ ਕੋਲ, 1 + -1 ਕੀ ਆ ਗਿਆ ਆਪਣੇ ਕੋਲ, ਇਕੁਅਲ ਟੂ 0। ਇਹੀ ਕੀਤਾ ਸੀ ਆਪਾਂ ਲਾਸਟ ਵੀਡੀਓ ਦੇ ਵਿੱਚ। ਠੀਕ ਹੈ, ਔਰ ਇੱਥੇ ਕੀ ਸੀ ਆਪਣੇ ਕੋਲ, ਸਮ ਆਫ ਰੂਟਸ ਇਕੁਅਲ ਟੂ, ਇਹ ਵੀ 0 ਸੀ। ਅਗਰ ਇਹਨਾਂ ਨੂੰ ਵੀ ਆਪਾਂ ਸਮ ਕਰਾਂਗੇ ਇਹ ਵੀ 0 ਹੋਣਗੇ। ਕਰਕੇ ਦੇਖ ਲੈਣੇ ਆਪਾਂ, एओटा +-1 +- एओटा और +1, ਤਾਂ -एओटा ਨਾਲ एओटा ਕੈਂਸਲ ਹੋ ਗਿਆ, ਔਰ 1 ਦੇ ਨਾਲ +1 ਕੈਂਸਲ ਹੋ ਗਿਆ, ਤਾਂ ਇਕੁਅਲ ਟੂ ਕੀ ਆ ਗਿਆ, 0 ਆ ਗਿਆ। ਸੇਮ ਆਪਣੇ ਕੋਲ ਇਹਦੇ ਵਿੱਚ ਵੀ ਕੀ ਹੋਊਗਾ, ਸਮ ਆਫ nth ਰੂਟ, ਇਹ ਵੀ ਕੀ ਹੋਣਗੇ, ਇਕੁਅਲ ਟੂ 0। ਠੀਕ ਹੈ, ਫੋਰਥ ਰਿਜ਼ਲਟ ਆਪਾਂ ਕੀ ਕੀਤਾ ਸੀ, ਪ੍ਰੋਡਕਟ ਆਫ ਰੂਟਸ ਕੀ ਸੀ ਆਪਣੇ ਕੋਲ, ਪ੍ਰੋਡਕਟ ਆਫ ਰੂਟਸ -1 ਸੀ। ਠੀਕ ਹੈ, ਇਹਦੀ ਪ੍ਰੋਡਕਟ ਆਫ ਰੂਟ ਕੀ ਸੀ, ਪ੍ਰੋਡਕਟ ਆਫ ਰੂਟਸ ਕੀ ਸੀ ਇਹਦੇ ਆਪਣੇ ਕੋਲ, 1। ਠੀਕ ਹੈ, ਔਰ ਫੋਰਥ ਰੂਟ ਆਫ ਯੂਨਿਟੀ ਦੇ ਵਿੱਚ ਪ੍ਰੋਡਕਟ ਆਫ ਰੂਟਸ ਕੀ ਸੀ, ਕੀ ਆਏਗਾ ਆਪਣੇ ਕੋਲ, -1। ਠੀਕ ਹੈ, ਹੁਣ ਇੱਥੇ ਦੇਖੀਏ ਆਪਣੇ ਕੋਲ ਇਹ ਆ ਰਿਹਾ, ਆਪਣੇ ਕੋਲ -1, ਇਹ 1 ਆ ਰਿਹਾ, ਇਹ -1 ਆ ਰਿਹਾ। ਤਾਂ ਇਹਨੂੰ ਜਰਨਲਾਈਜ਼ ਕਰਨ ਦੇ ਲਈ ਆਪਾਂ ਕੀ ਕਰਾਂਗੇ, ਆਪਣੇ ਕੋਲ ਕੀ ਹੈ, ਆਪਾਂ ਕੀ ਕਰਾਂਗੇ, -1। ਠੀਕ ਹੈ, -1 ਦੀ ਪਾਵਰ ਆਪਾਂ ਕੀ ਕਰਾਂਗੇ, ਜਿੰਨੇ ਆਪਣੇ ਕੋਲ ਟੋਟਲ ਰੂਟ ਹੈਗੇ ਆ, ਕਿੰਨੇ ਰੂਟ ਹੈਗੇ ਆ, 2 ਰੂਟ ਹੈ, ਉਹਦੇ ਵਿੱਚੋਂ ਆਪਾਂ ਇੱਕ ਮਾਈਨਸ ਕਰ ਦਾਂਗੇ। ਠੀਕ ਹੈ, ਤਾਂ ਆਪਣੇ ਕੋਲ ਕੀ ਆ ਗਿਆ, -1 ਦੀ ਪਾਵਰ 1 ਇਜ਼ ਇਕੁਅਲ ਟੂ -1। ਸੇਮ ਇੱਥੇ ਹੀ ਇਹੀ ਚੀਜ਼ ਅਪਲਾਈ ਕਰੀਏ ਤਾਂ ਆਪਣੇ ਕੋਲ -1 ਲਿਆ ਸੀ, -1 ਲੈ ਲਿਆ, -1 ਲੈ ਲਿਆ ਆਪਾਂ, ਇਹ ਵਾਲਾ -1। ਠੀਕ ਹੈ, ਰੂਟਸ ਕਿੰਨੇ ਉੱਪਰ ਆਪਣੇ ਕੋਲ, 3 ਰੂਟਸ ਨੇ, 3 - 1 ਕਰਿਆ ਸੀ, 1 ਮਾਈਨਸ ਕਰਤਾ, ਤਾਂ ਆਪਣੇ ਕੋਲ ਟੋਟਲ ਕੀ ਆ ਗਿਆ, -1 ਦਾ ਸਕੁਅਰ ਆ ਗਿਆ, ਤਾਂ ਆਪਣੇ ਕੋਲ -1 ਦਾ ਸਕੁਅਰ 1 ਆ ਗਿਆ। ਸੇਮ ਇੱਥੇ -1 ਦੀ ਪਾਵਰ 4 - 1 ਹੋ ਜਾਊਗਾ, ਤਾਂ -1 ਦੀ ਪਾਵਰ ਕਿਊਬ, ਤਾਂ -1 ਹੋ ਗਿਆ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਆਪਣੇ ਕੋਲ ਉਸ ਤੋਂ ਬਾਅਦ ਅਗਰ ਆਪਾਂ nth ਰੂਟ ਆਫ ਯੂਨਿਟੀ ਦੇ ਵਿੱਚ ਇਹ ਚੀਜ਼ ਕਰੀਏ ਤਾਂ ਆਪਣੇ ਕੋਲ ਕੀ ਆ ਜਾਏਗਾ,
-1 ਲਿਆ ਸੀ, ਟੋਟਲ ਰੂਟ n ਹੈਗੇ ਆ, -1 ਕਰਨਾ ਸੀ, ਤਾਂ ਇਹ ਆਪਣੇ ਕੋਲ ਕੀ ਹੋ ਜਾਊਗਾ nth ਰੂਟ ਸੋਰੀ nth ਰੂਟ ਆਫ ਯੂਨਿਟੀ ਦੇ ਵਿੱਚ ਆਪਣੇ ਕੋਲ ਇਹ ਫਾਰਮੂਲਾ ਬਣ ਗਿਆ ਆਪਣੇ ਕੋਲ ਜਰਨਲਾਈਜ਼ ਕਰਕੇ। ਠੀਕ ਹੈ, ਅਗਰ ਦੂਜੀ ਤਰ੍ਹਾਂ ਦੇਖੀਏ ਤਾਂ ਇੱਕ ਹੋਰ ਵੇ ਆਪਣੇ ਕੋਲ ਓਡ ਹੈ, ਇੱਥੇ ਆਪਣੇ ਕੋਲ ਰੂਟਸ ਸੋਰੀ ਈਵਨ ਨੇ ਤਾਂ ਆਪਣੇ ਕੋਲ -1 ਆ ਗਿਆ, ਓਡ ਰੂਟਸ ਨੇ ਤਾਂ 1 ਆ ਗਿਆ, ਇੱਥੇ ਈਵਨ ਨੇ ਰੂਟਸ ਨੰਬਰ ਆਫ ਰੂਟਸ ਤਾਂ -1 ਆ ਗਿਆ। ਠੀਕ ਹੈ, ਤਾਂ ਇੱਦਾਂ ਵੀ ਆਪਾਂ -1 1 -1 ਕਰਕੇ ਚੱਲ ਸਕਦੇ ਹਾਂ, ਓਡ ਈਵਨ ਕਰਕੇ ਵੀ। ਬਟ ਇਹ ਚੀਜ਼ ਸਹੀ ਹੈ, ਆਪਣੇ ਕੋਲ ਕੁਛ ਮਰਜ਼ੀ ਆ ਜੇ, ਓਡ ਆ ਜੇ ਈਵਨ ਆ ਜੇ, ਤਾਂ ਆਪਾਂ -1 ਦੀ ਪਾਵਰ ਨੰਬਰ ਆਫ ਰੂਟਸ -1 ਕਰ ਦਿੰਦੇ ਹਾਂ ਪਾਵਰ ਕਰਕੇ। ਠੀਕ ਹੈ, ਉਸ ਤੋਂ ਬਾਅਦ ਅਗਰ ਆਪਾਂ ਦੇਖੀਏ nth ਰੂਟ ਆਫ ਯੂਨਿਟੀ ਬਣਦੇ ਕਿਵੇਂ ਆ, nth ਰੂਟ ਆਫ ਯੂਨਿਟੀ ਅਗਰ ਦੇਖੀਏ ਤਾਂ ਆਪਣੇ ਕੋਲ ਕੀ ਆ, 1 ਦੀ ਪਾਵਰ 1/n ਲੈ ਲਈ ਤਾਂ 1 ਨੂੰ ਆਪਾਂ ਕੀ ਲਿਖ ਸਕਦੇ ਹਾਂ, ਸਿਸ 0 ਦੀ ਪਾਵਰ 1/n। ਕਿਉਂਕਿ ਸਿਸ ਥੀਟਾ ਇਕੁਅਲ ਹੁੰਦਾ ਕੋਸ ਥੀਟਾ ਪਲਸ ਇਓਟਾ ਸਾਈਨ ਥੀਟਾ, ਤਾਂ ਸਿਸ 0 ਕੀ ਹੋ ਗਿਆ ਆਪਣੇ ਕੋਲ ਕੋਸ 0 ਪਲਸ ਇਓਟਾ ਸਾਈਨ 0, ਤਾਂ ਕੋਸ 0 ਕੀ ਹੁੰਦਾ 1 ਪਲਸ ਇਓਟਾ 0, ਤਾਂ 1 ਆ ਗਿਆ। ਤਾਂ ਸਿਸ 0 1 ਦੇ ਇਕੁਅਲ ਹੁੰਦਾ, ਤਾਂ ਆਪਾਂ 1 ਦੀ ਪਾਵਰ 1/n ਨੂੰ ਕੀ ਲਿਖ ਲਿਆ, ਸਿਸ 0 ਦੀ ਪਾਵਰ 1/n। ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, ਇਹਨੂੰ ਆਪਾਂ ਕੀ ਲਿਖ ਸਕਦੇ ਹਾਂ ਆਪਣੇ ਕੋਲ ਮੋਰਬੀਅਸ ਥਿਊਰਮ ਦੇ ਅਕੋਰਡਿੰਗ ਆਪਾਂ ਕੀ ਕਰਦੇ ਹੁੰਦੇ ਆ, ਫਸਟ ਸਟੈਪ ਕੀ ਕਰਦੇ ਆ ਆਪਾਂ, ਜਿਹੜੀ ਆਪਣੇ ਕੋਲ ਨਿਊਮੀਨੇਟਰ ਹੁੰਦਾ ਉਹਨੂੰ ਕੀ ਕਰਦੇ ਆ ਐਡ ਅੰਦਰ ਮਲਟੀਪਲਾਈ ਕਰਦੇ ਆ, ਤਾਂ 1 ਦੇ ਨਾਲ 0 ਦੀ ਮਲਟੀਪਲਾਈ 0 ਆ ਗਿਆ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਸੈਕਿੰਡ ਸਟੈਪ ਕੀ ਹੁੰਦਾ, ਆਪਾਂ ਉਹਦੇ ਵਿੱਚ ਪੀਰੀਅਡ ਐਡ ਕਰਦੇ ਆ, ਪੀਰੀਅਡ ਐਡ ਕੀਤਾ ਆਪਣੇ ਕੋਲ 2k ਪਾਈ ਆ ਗਿਆ। ਠੀਕ ਹੈ, ਹੋਰ 1/n ਪਰ ਉਵੇਂ ਹੀ ਰਹਿ ਗਿਆ। ਠੀਕ ਹੈ, ਡਿਮੋਰਬੀਅਸ ਥਿਊਰਮ ਅਪਲਾਈ ਕੀਤੀ ਹੈ, ਪ੍ਰੋਸੀਜਰ ਡਿਮੋਰਬੀਅਸ ਥਿਊਰਮ ਦਾ। ਠੀਕ ਹੈ, ਲਿਖ ਦਿੰਦੇ ਆਪਾਂ ਇੱਥੇ ਬਾਈ ਪ੍ਰੋਸੀਜਰ ਆਫ ਡਿਮੋਰਬੀਅਸ ਥਿਊਰਮ। ਠੀਕ ਹੈ, ਔਰ ਉਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਂਦਾ, ਆਪਾਂ ਜਿਹੜੀ 1/n ਹੁੰਦੀ ਆ ਬਾਰ ਪਾਵਰ ਹੁੰਦੀ ਆ, ਉਹਨੂੰ ਕੀ ਕਰ ਦਿੰਦੇ ਆ ਮਲਟੀਪਲਾਈ ਅੰਦਰ ਕਰ ਦਿੰਦੇ, ਤਾਂ ਆਪਣੇ ਕੋਲ ਸਿਸ 2k π/n ਆ ਗਿਆ। ਤਾਂ n ਇੱਥੇ ਆਪਣੇ ਕੋਲ ਕੀ ਵੈਲਿਊਜ਼ ਹੁੰਦੀਆਂ n ਦੀਆਂ, where n is equal to where n is equal to 0 ਤੋਂ ਲੈ ਕੇ ਇੱਥੋਂ ਤੱਕ ਹੁੰਦੀਆਂ, ਜਿੰਨੀ ਪਾਵਰ ਡਿਨੋਮੀਨੇਟਰ ਹੁੰਦੀ n ਉਸ ਤੋਂ ਇੱਕ ਘੱਟ, 0 ਤੋਂ ਸਟਾਰਟ ਹੋ ਕੇ, ਇਹੀ ਕਰਿਆ ਸੀ ਆਪਾਂ। ਠੀਕ ਹੈ, n-1 ਤੱਕ ਆ ਗਈਆਂ, ਤਾਂ ਇੱਥੇ ਆਪਾਂ ਅਗਰ ਪੁੱਟ ਕਰੀਏ ਸਿਸ, ਅਗਰ k ਦੀ ਵੈਲਿਊ 0 ਪੁੱਟ ਕਰੀਏ, ਸੋਰੀ ਇੱਥੇ ਨਾ ਆਪਣੇ ਕੋਲ k ਸੀ, k ਦੀ ਵੈਲਿਊ। ਠੀਕ ਹੈ, k ਦੀ ਵੈਲਿਊ ਜਿਹੜਾ ਆਰਬਿਟਰੀ ਕੌਂਸਟੈਂਟ ਲਿੱਤਾ ਸੀ, k ਦੀ ਵੈਲਿਊ ਆਪਣੇ ਕੋਲ ਕੀ ਆਊਗੀ, 0 ਪੁੱਟ ਕਰੀਏ ਤਾਂ ਸਾਰਾ 0 ਬਣ ਗਿਆ, ਸਿਸ 0 ਆ ਗਿਆ। ਸੈਕਿੰਡ ਆਪਣੇ ਕੋਲ ਕੀ ਆ ਜਾਊਗਾ, ਸਿਸ 2π/n। ਥਰਡ ਆਪਣੇ ਕੋਲ ਸਿਸ 4π/n, ਸਿਸ 6π/n। ਅਗਰ 3 ਪੁੱਟ ਕਰਦੇ ਹਾਂ ਆਫਟਰ ਸੂਨ ਕੀ ਬਣ ਜਾਂਦਾ ਹੈ, ਸਿਸ ਲਾਸਟ ਦੇ ਵਿੱਚ ਸਿਸ 2n-1 π/n। ਠੀਕ ਹੈ, ਔਰ ਇਹਨੂੰ ਜਦੋਂ ਸੋਲਵ ਕਰਦੇ ਹਾਂ, ਸਿਸ 0 ਕੀ ਹੁੰਦਾ ਆਪਣੇ ਕੋਲ 1 ਹੁੰਦਾ, ਸਿਸ 2π/n ਆ ਗਿਆ ਹੈ, ਇਹ ਕੀ ਆ ਗਿਆ ਸਿਸ 2π/n ਦਾ ਆਪਾਂ ਕੀ ਕਰ ਸਕਦੇ ਹਾਂ, ਸਕੁਅਰ ਲਿਖ ਸਕਦੇ ਹਾਂ। ਠੀਕ ਹੈ, ਸਿਸ 2π/n ਇਹਨੂੰ ਆਪਾਂ ਕੀ ਲਿਖਾਂਗੇ, ਕਿਊਬ ਲਿਖਾਂਗੇ। ਆਫਟਰ ਸੋ ਇਹ ਆਪਣੇ ਕੋਲ ਕੀ ਹੋਏਗਾ, ਸਿਸ 2π/n ਦੀ ਪਾਵਰ n-1 ਬਣੇਗਾ ਇਹ ਆਪਣੇ ਕੋਲ। ਠੀਕ ਹੈ,
ਕਿਵੇਂ, ਜਿਵੇਂ ਆਪਣੇ ਕੋਲ ਕਿਊਬ ਰੂਟ ਆਫ ਯੂਨਿਟੀ ਸੀ ਨਾ, ਕਿਊਬ ਰੂਟ ਆਫ ਯੂਨਿਟੀ, ਉਹਦੇ ਵਿੱਚ 1 ਓਮੇਗਾ ਐਂਡ ਓਮੇਗਾ ਸਕੇਅਰ ਆਇਆ ਸੀ ਆਪਣੇ ਕੋਲ, ਓਮੇਗਾ ਦੀ ਕੋਈ ਵੈਲਿਊਜ਼ ਆਈ ਸੀ ਆਪਣੇ ਕੋਲ, ਠੀਕ ਹੈ। ਅਗਰ ਉਹਦਾ ਆਪਾਂ ਸਕੇਅਰ ਕਰਦੇ ਸੀ ਤਾਂ ਓਮੇਗਾ ਸਕੇਅਰ ਦੇ ਇਕੁਅਲ ਬਣਦਾ ਸੀ। ਸੇਮ ਇਸੇ ਤਰ੍ਹਾਂ ਅਗਰ ਆਪਾਂ ਕੀ ਕਰੀਏ, 1 ਨੂੰ 1 ਲਿਖ ਲਿਆ, ਇਹਨੂੰ ਆਪਾਂ ਕੀ ਲਿਖ ਲਿਆ, r। ਅਗਰ ਜਦੋਂ r ਦਾ ਸਕੇਅਰ ਇਹਦਾ ਸਕੇਅਰ ਕਰਾਂਗੇ ਉਦੋਂ ਆਪਣੇ ਕੋਲ ਆ ਵੈਲਿਊ ਬਣੇਗੀ 4 ਪਾਈ ਵਾਲੀ, r ਸਕੇਅਰ ਫਿਰ r ਕਿਊਬ, ਆ ਵਾਲੀ ਵੈਲਿਊ ਬਣ ਜਾਏਗੀ। ਆਫਟਰ ਸੁਣ ਕੀ ਬਣੂਗਾ ਆਪਣੇ ਕੋਲ, r ਦੀ n-1, ਇਹ ਵਾਲੀ। ਜਿੱਦਾਂ ਆਪਾਂ ਓਮੇਗਾ ਦੀ ਵੈਲਿਊ ਦਾ ਸਕੇਅਰ ਕਰਦੇ ਸੀ ਤਾਂ ਆਪਣੇ ਕੋਲ ਓਮੇਗਾ ਸਕੇਅਰ ਬਣਦਾ ਸੀ। ਸੇਮ ਇਹ ਵਾਲੀ ਵੈਲਿਊ ਦਾ ਅਗਰ ਸਕੇਅਰ ਕਰਾਂਗੇ ਨਾ, ਇਹ ਵਾਲੀ ਵੈਲਿਊ ਤਾਂ ਆਪਣੇ ਕੋਲ ਇਹ ਵਾਲੀ ਵੈਲਿਊ ਬਣੇਗੀ, ਇਸ 4 ਪਾਈ ਅਪੋਨ n ਬਣੇਗੀ। ਤਾਂ ਇਹਨੂੰ ਆਪਾਂ ਸੇਮ ਇਸੇ ਤਰ੍ਹਾਂ ਲਿਖ ਲਿਆ, ਨਾਮ ਦੇਤਾ, r ਦਾ ਨਾਮ ਦੇਤਾ r ਸਕੇਅਰ r ਕਿਊਬ ਆਫਟਰ ਸੁਣ r ਦੀ n-1, ਠੀਕ ਹੈ। ਤਾਂ ਇਹ nth ਰੂਟ ਆਫ ਯੂਨਿਟੀ ਬਣਦਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਇਹਦੇ ਨਾਲ ਦੇ ਕੁਐਸਚਨ ਕਰ ਲੈਂਦੇ ਹਾਂ। ਇਸ ਟੌਪਿਕ ਦੇ ਨਾਲ ਦੇ ਕੁਐਸਚਨ ਹੈਗਾ ਆਪਣੇ ਕੋਲ, ਪ੍ਰੋਡਕਟ ਆਫ 6th ਆਫ ਯੂਨਿਟ ਇਜ਼, ਆਪਸ਼ਨਸ ਆਪਾਂ ਨੂੰ ਗਿਵਨ ਹੈ 1, B ਕੀ ਹੈ -1, C 6 ਹੈ ਔਰ D ਆਪਣੇ ਕੋਲ 0। ਆਪਾਂ ਕਿਵੇਂ ਕਰਾਂਗੇ, ਆਪਾਂ ਨੂੰ ਪਤਾ ਹੈ 6 ਗਿਵਨ ਸੀ, ਆਪਾਂ ਕੀ ਕਰਾਂਗੇ, -1 ਦੀ ਪਾਵਰ n-1 ਵਾਲਾ ਫਾਰਮੂਲਾ ਲਾ ਦਾਂਗੇ। ਤਾਂ -1 ਦੀ ਪਾਵਰ ਕਿੰਨੇ, 6th ਰੂਟ ਆਫ ਯੂਨਿਟੀ ਮਤਲਬ 6 ਰੂਟ ਹੋਣਗੇ। ਸੈਕਿੰਡ ਆਪਣੇ ਕੋਲ -1 ਦੀ ਪਾਵਰ 6 -1 ਤਾਂ -1 ਦੀ ਪਾਵਰ 5 ਆ ਗਿਆ, ਤਾਂ ਆਪਣੇ ਕੋਲ -1 ਆਂਸਰ ਆ ਗਏ। ਠੀਕ ਹੈ। ਅਗਰ ਆਪਾਂ ਵੈਸੇ ਦੇਖੀਏ 6 ਹੈ, 6 ਰੂਟ ਆਫ ਯੂਨਿਟੀ ਮਤਲਬ ਈਵਨ ਹੈ, ਤਾਂ ਈਵਨ ਤੇ -1 ਆਏਗਾ ਆਪਣੇ ਕੋਲ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਣੇ ਕੋਲ ਇੱਕ ਹੋਰ ਕੁਐਸਚਨ ਹੁੰਦਾ ਹੈ, ਸਮ ਆਫ 5th, sum of 5th root of unity is ਕੀ ਆਪਣੇ ਕੋਲ ਆਪਸ਼ਨ ਹੈ, 1 ਹੈ, -1 ਹੈ, D 5 ਹੈ ਔਰ D ਆਪਣੇ ਕੋਲ 0। ਤਾਂ ਆਪਾਂ ਨੂੰ ਪਤਾ ਹੀ ਹੈ ਸਿੱਧਾ ਕਿ ਆਪਣੇ ਕੋਲ ਸਮ ਕੀ ਹੁੰਦਾ ਹੈ, ਹਰੇਕ ਦਾ 0 ਹੁੰਦਾ, ਠੀਕ ਹੈ। ਤਾਂ ਇਦਾਂ ਦੇ ਆਪਣੇ ਕੋਲ ਇਹਦੇ ਵਿੱਚ MCQ ਆਣਗੇ, ਓਕੇ। ਉਸ ਤੋਂ ਬਾਅਦ ਆਪਣੇ ਕੋਲ ਹੈ ਟ੍ਰਾਂਸਡੈਂਟਲ ਫੰਕਸ਼ਨਸ, ਆਪਣੇ ਕੋਲ ਕੀ ਆ, ਟ੍ਰਾਂਸਡੈਂਟਲ ਫੰਕਸ਼ਨ। ਟ੍ਰਾਂਸਡੈਂਟਲ ਫੰਕਸ਼ਨ ਇਹ ਕਿਹੜੇ ਵਾਲੇ ਹੁੰਦੇ ਆ, here are two types of transcendental functions। ਕਿਹੜੇ ਆ, ਫਸਟ ਆਪਣੇ ਕੋਲ ਕਿਹੜਾ ਹੈ, ਐਕਸਪੋਨੈਂਸ਼ੀਅਲ ਫੰਕਸ਼ਨ, ਔਰ ਸੈਕਿੰਡ ਆਪਣੇ ਕੋਲ ਕਿਹੜਾ ਹੈ, ਲੋਗਰਿਥਮ ਫੰਕਸ਼ਨ, ਠੀਕ ਹੈ। ਇਹਨਾਂ ਬਾਰੇ ਆਪਾਂ ਪੜਾਂਗੇ, ਠੀਕ ਹੈ। ਤਾਂ ਆਪਣੇ ਕੋਲ ਫਸਟ ਕੀ ਹੈ, ਐਕਸਪੋਨੈਂਸ਼ੀਅਲ ਫੰਕਸ਼ਨ ਔਰ ਲੋਗਰਿਥਮਿਕ ਫੰਕਸ਼ਨ। ਤਾਂ ਫਸਟ ਆਪਣੇ ਕੋਲ ਕੀ ਹੈ, ਐਕਸਪੋਨੈਂਸ਼ੀਅਲ ਫੰਕਸ਼ਨ, ਮਤਲਬ ਕੀ ਹੈ, ਐਕਸਪੋਨੈਂਸ਼ੀਅਲ ਦਾ e ਦੀ ਪਾਵਰ ਦੇ ਵਿੱਚ ਸਮਥਿੰਗ ਕੁਛ ਆ ਜੇ, ਅਗਰ ਕੰਪਲੈਕਸ ਨੰਬਰ ਦੇ ਵਿੱਚ e ਦੀ ਪਾਵਰ ਅਗਰ ਕੋਈ ਆਪਣੇ ਕੋਲ ਕੰਪਲੈਕਸ ਨੰਬਰ ਆ ਜੇ ਤਾਂ ਉਹਨੂੰ ਆਪਾਂ ਕਿਵੇਂ ਸੋਲਵ ਕਰਾਂਗੇ। ਇਹਦੀ ਸੀਰੀਜ਼, ਇਹਦੀ ਐਕਸ ਦੀ ਸੀਰੀਜ਼ ਦਾ ਆਪਾਂ ਨੂੰ ਪਤਾ ਹੀ ਹੈ, 1 + x ਓਵਰ 1 x ਓਵਰ ਫੈਕਟੋਰੀਅਲ 1 plus x square upon factorial 2 plus after soon x the n over factorial n
प्लस अप टू सम चलता रहिंदा। ਤਾਂ अगर x ਦੀ ਥਾਂ ਆਪਣੇ ਕੋਲ ਕੀ ਆ ਜੇ, अगर x ਦੀ ਥਾਂ ਆਪਣੇ ਕੋਲ ਆ ਜੇ e ਦੀ ਪਾਵਰ z ਆ ਜੇ, ਠੀਕ ਹੈ, ਤਾਂ ਆਪਾਂ ਕੀ ਲਿਖ ਸਕਦੇ ਹਾਂ, e ਦੀ ਪਾਵਰ z, z ਆਪਣੇ ਕੋਲ ਕੀ ਹੁੰਦਾ, x plus iota y ਹੁੰਦਾ ਆਪਣੇ ਕੋਲ। ਤਾਂ ਇਹਦੀ ਵੈਲਿਊ ਪੁੱਟ ਕਰੀਏ, ਇਹ ਆ ਗਈ ਆਪਣੇ ਕੋਲ। ਤਾਂ ਇਹਨਾਂ ਨੂੰ ਆਪਾਂ ਅਲੱਗ-ਅਲੱਗ ਲਿਖ ਸਕਦੇ ਹਾਂ, ਪਾਵਰਸ ਨੂੰ ਪਲੱਸ ਦੇ ਵਿੱਚ ਹੈ ਮਤਲਬ ਮਲਟੀਪਲਾਈ ਦੇ ਵਿੱਚ ਹੋ ਗਿਆ e ਦੀ iota y, ਇੱਦਾਂ ਲਿਖ ਸਕਦੇ ਹਾਂ, ਠੀਕ ਹੈ। ਤਾਂ ਇਹ ਕੀ ਹੋ ਗਿਆ ਆਪਣੇ ਕੋਲ, e ਦੀ x ਹੀ ਹੋ ਗਿਆ, ਬਾਈ ਇਲਰ ਥਿਊਰਮ e ਦੀ iota y ਨੂੰ ਆਪਾਂ ਕੀ ਲਿਖ ਸਕਦੇ ਹਾਂ, cos y plus iota sin y ਬਾਈ ਇਲਰ, ਠੀਕ ਹੈ। ਤਾਂ ਆਪਣੇ ਕੋਲ ਕੀ ਆ ਗਿਆ ਰਿਜ਼ਲਟ, e ਦੀ z ਇਜ਼ ਇਕੁਅਲ ਟੂ e ਦੀ x, ਮਲਟੀਪਲਾਈ ਕਰੀਏ cos y plus e ਦੀ x plus iota e ਦੀ x iota sin y। लिख लेंगे iota e x sin y, हाँ सही है। ਇਹ ਆਪਣੇ ਕੋਲ ਕੀ ਹੋ ਗਿਆ, ਐਕਸਪੋਨੈਂਸ਼ੀਅਲ ਦਾ ਰਿਜ਼ਲਟ ਹੋ ਗਿਆ, ਠੀਕ ਹੈ। e ਦੀ z ਨੂੰ ਆਪਾਂ ਅਗਰ e ਦੀ ਪਾਵਰ ਕੋਈ ਕੰਪਲੈਕਸ ਨੰਬਰ ਆ ਗਿਆ ਤਾਂ ਉਹ ਕਿਹਦੇ ਇਕੁਅਲ ਹੋਏਗਾ, e ਦੀ x cos y plus iota e ਦੀ x sin y। ਬਣਿਆ ਕਿਵੇਂ, ਇਹ ਆਪਣੇ ਕੋਲ e ਦੀ ਪਾਵਰ z ਹੈ, z ਨੂੰ ਆਪਾਂ ਕੀ ਲਿਖਦੇ ਹਾਂ x plus iota y ਲਿਖ ਲਿਆ, ਆਪਾਂ ਕੀ ਕੀਤਾ ਪਾਵਰਸ ਅਲੱਗ-ਅਲੱਗ ਕਰ ਲਈਆਂ, e ਦੀ x ਬਾਹਰ ਆ ਗਿਆ, ਬਾਈ ਇਲਰ ਥਿਊਰਮ iota y ਜਿਹੜਾ ਹੈਗਾ ਸੀ ਆਪਣੇ ਕੋਲ, ਉਹਨੂੰ ਆਪਾਂ ਕੀ ਲਿਖਤਾ cos y plus iota sin y ਬਾਈ ਇਲਰ ਥਿਊਰਮ ਦੇ ਨਾਲ। ਤਾਂ e ਦੀ x ਨੂੰ ਅੰਦਰ ਮਲਟੀਪਲਾਈ ਕਰਤਾ, e ਦੀ x cos y plus iota e ਦੀ x sin y, ਆ ਆਪਣੇ ਕੋਲ ਕੀ ਬਣ ਗਿਆ ਰਿਜ਼ਲਟ, ਇਹ ਆਪਾਂ ਯਾਦ ਰੱਖਣਾ, ਠੀਕ ਹੈ। ਤਾਂ ਇਹ ਆਪਣੇ ਕੋਲ ਕੰਪਲੈਕਸ ਨੰਬਰ ਆਏਗਾ, e ਦੀ x ਮਤਲਬ e ਦੀ z ਕੋਈ ਕੰਪਲੈਕਸ ਨੰਬਰ ਹੈ, ਉਹਨੂੰ ਸੋਲਵ ਕਰਕੇ ਆਪਣੇ ਕੋਲ ਇਹ ਵੈਲਿਊ ਆਏਗੀ। ਅਗਰ ਇਹਦੇ ਨਾਲ ਦਾ ਆਪਣੇ ਕੋਲ ਕੁਐਸਚਨ ਕਿੱਦਾਂ ਦੇ ਆਉਂਦੇ ਆ, ਆਪਾਂ ਨੂੰ ਪੁੱਛਣਗੇ ਰੀਅਲ ਪਾਰਟ ਆਫ 2 plus real part of e ਦੀ 2 plus 3 iota is, ऑप्शंस अपने को गिवन है e ਦੀ 2, b अपने को e ਦੀ 2 cos 2, c ऑप्शन हैगी है e ਦੀ 2 sin 3 और d अपने को e ਦੀ 2 cos 3, ठीक है। ਤਾਂ ਆਪਾਂ ਨੂੰ ਪਤਾ ਹੈ ਰਿਜ਼ਲਟ e ਦੀ z ਇਜ਼ ਇਕੁਅਲ ਟੂ ਕਿੰਨੇ ਹੁੰਦਾ, e x cos y plus iota e ਦੀ x sin y, ਇਹ ਰਿਜ਼ਲਟ ਆਪਣੇ ਕੋਲ। ਹੁਣ ਇਹਦਾ ਰੀਅਲ ਪਾਰਟ ਕੀ ਹੋ ਗਿਆ ਆਪਣੇ ਕੋਲ, ਆ ਸਾਰਾ ਕੀ ਹੋ ਗਿਆ ਰੀਅਲ ਪਾर्ट, और ये सारा की हो गया इन्ने वाला इमेजिनरी पार्ट, ठीक है। यही होंगे ना योटा के नाल वाला की होएगा अपने को इमेजिनरी पार्ट होंगे और बाकी वाला रियल पार्ट होंगे। तो उन्हें की पूछा है, रियल पार्ट पूछा है, तो इनका सोल्यूशन की होएगा अपने को e दी x, x अपने को की है 2 है, तो मतलब e दी 2 नाल की है कोस y है, y अपने को की है 3, तो कोस 3, तो ये अपने को रियल पार्ट हो गया, ठीक है। तो अपने को की आंसर आ गया, डी आंसर आ गया, ओके। उस तो बाद अपने को तरह के क्वेश्चन होर बनते हैं, उनके आप रिजल्ट कर लेने। पहला अपने को e दी z का मॉडुलस पूछा अगर उन्होंने, और एंड आर्गूमेंट ऑफ e दी z, ठीक है। ये दो चीज़ें अपने को फर्स्ट ए है और सैकेंड ए है, ठीक है। इन्हों का अपने को सही सही
रिजल्ट की बनता अगर आप देखिए तो मॉडुलस ऑफ ई दी जेड है, ठीक है। तो अपने को ई दी जेड की होंदा लिख लेने आप इत्थे ई दी एक्स कोस वाई प्लस एओटा ई दी एक्स साइन वाई, ठीक है। ਜਦੋਂ ਆਪਾਂ ਇਹਦਾ ਮੋਡੂਲਸ ਨਿਕਾਲਣਾ, ਠੀਕ ਹੈ, ਤਾਂ ਆਪਾਂ ਕੀ ਕਰਦੇ ਹਾਂ, ਰੀਅਲ ਪਾਰਟ ਦਾ ਸਕੇਅਰ ਪਲਸ ਇਮੈਜਨਰੀ ਪਾਰਟ ਦਾ ਸਕੇਅਰ ਦਾ ਅੰਡਰ ਰੂਟ। ਰੀਅਲ ਪਾਰਟ ਕੀ ਹੈ, e ਦੀ x ਕੀ ਆ ਗਿਆ ਆਪਣੇ ਕੋਲ, e ਦੀ x cos y ਦਾ ਸਕੇਅਰ ਪਲਸ ਦੀ x sin y ਦਾ ਫੁੱਲ ਸਕੇਅਰ, ਪਰ ਇਹਦਾ ਕੀ ਆ ਜਾਂਦਾ ਆਪਣੇ ਕੋਲ, ਅੰਡਰ ਰੂਟ ਆ ਜਾਂਦਾ। ਤਾਂ ਇਹ ਕੀ ਬਣ ਗਿਆ ਆਪਣੇ ਕੋਲ, e ਦੀ 2x cos ਸਕੇਅਰ y प्लस ई दी 2x साइन स्केयर y आ गया अपने परिंदा किया। ई दी x आप ई दी 2x कॉमन निकाले, अंदर की रह गया cos स्केयर y प्लस साइन स्केयर y। ये अपने को की होता है ई दी 2x इंटू 1, मतलब की आ गया ई दी 2x आ गया, मतलब की आ गया अपने को स्केयर नाल कैंसल हो गया तो ई दी x आ गया अपने, ठीक है। ई दी x की आ गया अपने को मॉडुलस आ गया ई दी z का, ठीक है। द मॉडुलस ऑफ ई दी z इज इक्वल टू किन्ने आंदा ई दी x ਤੇ सीधा सीधा अपने को रिजल्ट बन गया। आ चीज़ अपन करन दी लोड़ नहीं की, सिर्फ आप याद रखना कि मॉडुलस ऑफ ई दी जेड अपने को की हो गया ई दी एक्स। और अगर अपने पूछ ले मॉडुलस ऑफ ई दी माइनस जेड तो की आएगा अपना ई दी माइनस ऑफ एक्स, ठीक है, मतलब माइनस आ गया तो माइनस ऑफ एक्स आ जाऊगा। नहीं अपने को सीधा सीधा रिजल्ट है अपने को की सी इत्थे ई दी जेड इज इक्वल टू ई दी एक्स कोस वाई प्लस एओटा साइन वाई। यही रिजल्ट बनया सी ना अपने को, जिंदे अंदर मल्टीप्लाई करके आप ई दी एक्स नूं आ वाला रिजल्ट बनाता सी, ठीक है। तो अपने को ये वाली चीज़ की होंदी है मॉडुलस, मॉडुलस ऑफ ई, ठीक है, आ गया ना। तो ये अपने को की होंदा मॉडुलस ऑफ ई दी जेड, ठीक है। उस तो बाद अगर आप सैकेंड आप की करना है, आर्गूमेंट देखनी है। सैकेंड अपने को की है आर्गूमेंट ऑफ ई, ये किमें देखांगे आप अपने को सेम वही है लास्ट तरह, अदर देखो अपने को की है ई दी एक्स कोस वाई प्लस योटा ई दी एक्स साइन वाई, ठीक है। तो आप इत्थे ई दी जेड इक्वल टू दी एक्स कोस वाई प्लस एयोटा एयोटा ई एक्स साइन वाई, ठीक है। जो आप आर्गूमेंट निकालते हैं उदों आप की करते होंगे आ, आर्गूमेंट ऑफ जेड किवें निकालते आप की लेंदे सी सारे नाल पहला टैन इनवर्स लेंदे सी किंदे वाई अपॉन एक्स दे, तो एक की आ गया अपने को टैन इनवर्स वाई अपने को की है इत्थे आ वाली सारी दी एक्स साइन वाई अपॉन एक्स की अपने को ए वाला ई दी एक्स कोस वाई, ठीक है। आर्गूमेंट आप लास्ट वीडियो ਦੇ ਵਿੱਚ ਕਰਿਆ ਲਾਸਟ ਤੋਂ ਸੈਕਿੰਡ ਲਾਸਟ ਵੀਡੀਓ ਦੇ ਵਿੱਚ, ਤਾਂ ਉਹਦੇ ਵਿੱਚ ਆਪਣੇ ਕੋਲ ਕੀ ਹੈ ਆਰਗੂਮੈਂਟ ਨਿਕਾਲਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਸੀ, ਇੱਕ ਅਲਫਾ ਲੈਟ ਕਰਦੇ ਸੀ ਜੋ ਕਿ ਆਪਣੇ ਕੋਲ tan ਇਨਵਰਸ y ਓਵਰ x ਹੁੰਦਾ ਸੀ। ਹੁਣ ਇੱਥੇ y ਆਪਣੇ ਕੋਲ ਕੀ ਹੈ e ਦੀ x sin y ਔਰ x ਕੀ ਹੈ e ਦੀ x sin ਸੌਰੀ cos y ਹੈ, ਤਾਂ ਇਹ ਆਪਣੇ ਕੋਲ ਕੀ ਆ ਗਿਆ ਇੱਥੋਂ tan ਇਨਵਰਸ e ਦੀ x और ई दी एक्स की हो गया अपने को कैंसिल हो गए, साइन वाई ओवर कोस वाई की हो गया अपने को
tan y हो गया अपने को, ठीक है। और जदों tan इनवर्स ਨੂੰ tan ਨਾਲ ਮਲਟੀਪਲਾਈ ਕੀਤਾ ਤਾਂ ਆਪਣੇ ਕੋਲ ਕੀ ਬਣ ਗਿਆ, ਓਨਲੀ ਕੀ ਰਹਿ ਗਿਆ y। ਤਾਂ ਆਪਣੇ ਕੋਲ ਸਿੱਧਾ ਸਿੱਧਾ ਰਿਜ਼ਲਟ ਕੀ ਬਣ ਗਿਆ, ਆਰਗੂਮੈਂਟ ਆਫ ਦੀ z ਇਜ਼ ਇਕੁਅਲ ਟੂ y, ठीक है। y सीधा सीधा अपने को रिजल्ट बन गया, ओके। अपने को दो रिजल्ट बन गए दोनों के। फस्ट का की बन गया, मोड ऑफ ई दी z किंदे इक्वल होंदा ई दी x दे, और सैकेंड की है आर्गूमेंट ऑफ ई दी z की होंदा y। ठीक है, इनके नाल दे आपां क्वेश्चन करते हैं दोनों रिजल्ट दे नाल दे। अपने को फस्ट क्वेश्चन हैगा मॉडुलस ऑफ E3 प्लस 4 आयोटा। ऑप्शनस आपां नूं 5 है गिवन है, ई दी 5 है, डी ई दी 3 है, और डी ई दी पावर 4 अपने को, ठीक है। तो सोल्यूशन की है, बाय रिजल्ट आपां नूं की पता है, मॉडुलस ऑफ ई दी z की होंदा ई z इक्वल टू किंदे ई दी पावर x ते होंदा। तो ई दी पावर x अपने को इत्थे की है 3 है, तो ई दी अपने को आंसर आ गया। अगर आपां नूं रिजल्ट याद होणगे, रिजल्ट दा बेसिक तो कर लिया आपां, और अगर रिजल्ट याद होणगे तो आपां सीधा सीधा क्वेश्चन एक 10 सैकेंड दे विच कर सकते हैं, ठीक है। और अगर आपां नूं आर्गूमेंट ऑफ ई दी 1 माइनस एयोटा पावर च है वो पूछा है, तो अपने को गिवन है ए ऑप्शन ई, बी है 1, सी है एयोटा, और डी है -1, ठीक है। इत्थे अपने को की है सोल्यूशन, आर्गूमेंट आपां की कीती सी, दी z इज इक्वल टू y हैगी सी अपने को, ठीक है। तो y इत्थे अपने को की है -1, ठीक है। ई दी x प्लस एयोटा y हुंदा ना, इहदे नाल कंपेयर कर लिया ई दी 1 माइनस एयोटा नूं, तो y अपने को किया गया -1, और x इत्थे अपने को 1 है। x की अपन जरूरत नहीं, कला y हुंदा तो अपने को आंसर आ गया डी, ठीक है। नेक्स्ट ऑप्शन आ गया, पीरियड ऑफ ई दी z ए की है पाई, ये है अपने को पाई, डी अपने को गिवन है पाई एयोटा, और डी अपने को गिवन है 2 पाई एयोटा, ठीक है। तो हुण आपां देखिए इनका पीरियड ई दी z, अगर आपां इनदे विच आपां 2 पाई एयोटा ऐड करते हैं तो अपने को की बनता ई एक्स प्लस एयोटा वाई प्लस 2 पाई एयोटा। इनू आप की लिख सकते हैं, ई दी एक्स अलग लिख सकते हैं, और ई दी एयोटा वाई प्लस 2 पाई अलग रख लिया, ठीक है। ये अपने को किंदे इक्वल आ गया, ई दी एक्स कोस वाई प्लस 2 पाई प्लस एयोटा साइन वाई प्लस 2 पाई, ठीक है। बाय यूलर थ्योरम। एक ही हो गया अपने को ई दी एक्स, अपन को पता है कोस वाई प्लस 2 पाई की होंदा है, कोस वाई ही होंदा है, क्योंकि कोस ते साइन का की पीरियड अपने को 2 पाई होंदा है, तो कोस वाई प्लस 2 पाई, कोस 2 पाई प्लस थीटा की होंदा है कोस थीटा, कोस वाई हो गया प्लस एयोटा साइन वाई हो गया, ठीक है। इनू आप की लिख सकते हैं, ई दी एक्स ये अपने को की है सारा इंटू ई दी एयोटा वाई, ई दी एक्स प्लस एयोटा वाई हो गया, मतलब ई दी जेड हो गया। तो मतलब जिथों स्टार्ट करिया सी आपां उत्थे ही पहुँच गए, मतलब की है ई दी जेड द्वारा बन गया, किवें बन गया, अगर आपां 2 पाई आयोटा ऐड करते हैं तो विच, ठीक है। क्योंकि ई दी पावर एक्स अलग रह जाना सी, ठीक है। इनू आपां इलर थ्योरम दे नाल कोस और साइन दी फॉर्म दे विच लिख लेंदे सी,
ਤਾਂ ਕਰਕੇ 2 ਪਾਈ ਦੇ ਨਾਲ ਅਯੋਟਾ ਤਾਂ ਲਿੱਤਾ ਕਿਉਂਕਿ ਇਮੈਜਨਰੀ ਪਾਰਟ ਦੇ ਵਿੱਚ ਇਹ ਈਲਰ ਥਿਊਰਮ ਦੇ ਨਾਲ ਚਲਾ ਜਾਊਗਾ। ਕੋਸ 2 ਪਾਈ ਇੱਥੇ ਐਡ ਹੋ ਜਾਊਗਾ, ਸਾਈਨ 2 ਪਾਈ ਇੱਥੇ ਐਡ ਹੋ ਜਾਊਗਾ। ਠੀਕ ਹੈ, ਤਾਂ ਅਗਰ 2 ਪਾਈ ਲੈਂਦੇ ਤਾਂ ਉਹ ਸਿਰਫ ਇੱਥੇ ਹੀ ਐਡ ਰਹਿਣਾ ਸੀ, ਰੀਅਲ ਪਾਰਟ ਦੇ ਵਿੱਚ ਹੀ ਰਹਿਣਾ ਸੀ। ਤਾਂ ਆਪਾਂ ਇਮੈਜਨਰੀ ਪਾਰਟ ਦੇ ਵਿੱਚ ਲੈ ਕੇ ਜਾਣਾ ਸੀ, ਇਸ ਲਈ ਆਪਾਂ ਨਾਲ ਅਯੋਟਾ ਲਿਆ। ਤਾਂ ਆਪਣੇ ਕੋਲ ਕੀ ਹੋ ਗਿਆ, ਸੋ ਪੀਰੀਅਡ ਆਫ E ਦੀ Z ਇਜ਼ ਇਹ ਆਪਣੇ ਕੋਲ 2 ਪਾਈ ਅਯੋਟਾ। ਠੀਕ ਹੈ, ਤਾਂ E ਦੀ ਪਾਵਰ ਅਗਰ ਕੋਈ ਕੰਪਲੈਕਸ ਨੰਬਰ ਹੈ ਤਾਂ ਉਹਦਾ ਪੀਰੀਅਡ ਕੀ ਹੋਏਗਾ ਆਪਣੇ ਕੋਲ 2 ਪਾਈ ਅਯੋਟਾ। ਓਕੇ, ਉਸ ਤੋਂ ਬਾਅਦ ਅਗਰ ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਸੈਕਿੰਡ ਲੋਗਰਿਥਮਿਕ ਫੰਕਸ਼ਨ। ਲੋਗਰਿਥਮਿਕ ਫੰਕਸ਼ਨ, ਠੀਕ ਹੈ, ਇਹਦੇ ਵਿੱਚ ਕੀ ਆਪਣੇ ਕੋਲ z x plus iota y ਹੁੰਦਾ ਆਪਣੇ ਕੋਲ, और r cos थीटा प्लस एओटा sin थीटा, ਇਹ ਕਿੰਦੇ ਇਕੁਅਲ ਹੁੰਦਾ, ਆਪਾਂ ਲਿਖ ਸਕਦੇ ਹਾਂ r iota ਥੀਟਾ, r e ਦੀ ਪਾਵਰ iota ਥੀਟਾ ਦੇ। ਠੀਕ ਹੈ, ਤਾਂ ਇਹ ਆਪਣੇ ਕੋਲ ਦੋ ਫਾਰਮ ਹੋ ਗਈਆਂ। ਹੁਣ ਆਪਾਂ ਕੀ ਕਰਦੇ ਹਾਂ, z ਇਜ਼ ਇਕੁਅਲ ਟੂ ਆਪਣੇ ਕੋਲ ਕੀ ਆ ਗਿਆ, r e ਦੀ iota ਥੀਟਾ। ਠੀਕ ਹੈ, ਤਾਂ ਆਪਾਂ ਕੀ ਕਰਦੇ ਹਾਂ, taking log on both side। ਠੀਕ ਹੈ, ਤਾਂ ਆਪਾਂ ਦੋਨੋਂ ਸਾਈਡ ਕੀ ਕਰ ਲੈਂਦੇ ਹਾਂ, ਲੋਗ ਲੈ ਲੈਂਦੇ ਹਾਂ। ਤਾਂ ਆਪਣੇ ਕੋਲ ਕੀ ਆ ਗਿਆ, log z ਇਜ਼ ਇਕੁਅਲ ਟੂ log r e ਦੀ iota ਥੀਟਾ। ਠੀਕ ਹੈ, ਤਾਂ ਆ ਕੀ ਆ ਗਿਆ ਆਪਣੇ ਕੋਲ, log of r plus log of e ਦੀ iota ਥੀਟਾ। log r into e ਹੈ, ਤਾਂ ਆਪਾਂ ਕੀ ਹੈ, log ਦੀ ਪ੍ਰੋਪਰਟੀ ਲਾਤੀ ਪਲੱਸ ਦੇ ਵਿੱਚ। ਠੀਕ ਹੈ, ਤਾਂ ਇਹ ਆਪਣੇ ਕੋਲ ਕੀ ਹੋ ਗਿਆ, log of r ਪਾਵਰ ਅੱਗੇ ਆ ਗਈ iota ਥੀਟਾ log of e। ਠੀਕ ਹੈ, ਤਾਂ ਇਹ ਆਪਣੇ ਕੋਲ ਕੀ ਆ ਗਿਆ, log of r plus iota ਥੀਟਾ। log of e ਕੀ ਹੁੰਦਾ ਆਪਣੇ ਕੋਲ 1 ਹੁੰਦਾ। ਠੀਕ ਹੈ, ਤਾਂ ਆਪਣੇ ਕੋਲ ਕੀ ਆ ਗਿਆ, log of r plus iota theta। ਓਕੇ, ਤਾਂ ਅਗਰ ਆਪਾਂ ਵੈਲਿਊ ਪੁੱਟ ਕਰੀਏ, log z ਆਪਣੇ ਕੋਲ ਕੀ ਆ ਗਿਆ, log of z is equal to r plus iota theta। ਇਹ ਆ ਗਿਆ ਆਪਣੇ ਕੋਲ। ਤਾਂ ਇਹਦਾ ਮਤਲਬ ਅਗਰ z ਦੀ ਵੈਲਿਊ ਪੁੱਟ ਕਰੀਏ, ਇਹ ਕੀ ਆ ਗਿਆ ਆਪਣੇ ਕੋਲ, log of r ਦੀ ਵੈਲਿਊ ਕੀ ਹੁੰਦੀ ਹੈ ਆਪਣੇ ਕੋਲ, ਕੀ ਹੁੰਦੀ ਹੈ, ਰੂਟ x ਸਕੇਅਰ ਪਲਸ y ਸਕੇਅਰ ਪੜਿਆ ਹੋਇਆ ਆਪਾਂ। ਤਾਂ ਇਹ ਕੀ ਆ ਗਿਆ, x ਸਕੇਅਰ ਪਲਸ y ਸਕੇਅਰ ਪਲਸ ਆਇਓਟਾ। ਥੀਟਾ ਕੀ ਹੁੰਦਾ ਆਪਣੇ ਕੋਲ, ਥੀਟਾ ਹੁੰਦਾ ਆਪਣੇ ਕੋਲ ਆਰਗੂਮੈਂਟ। ਤਾਂ ਆਰਗੂਮੈਂਟ ਕੀ ਹੁੰਦੀ ਹੈ, tan ਇਨਵਰਸ y over x। ਤਾਂ ਆ ਆਪਣੇ ਕੋਲ ਕੀ ਬਣ ਗਿਆ, ਰਿਜ਼ਲਟ ਬਣ ਗਿਆ। ਓਕੇ, ਕੀ ਬਣ ਗਿਆ, ਰਿਜ਼ਲਟ ਬਣ ਗਿਆ ਆਪਣੇ ਕੋਲ। ਐਂਡ ਅਗਰ ਇਹਨੂੰ ਆਪਾਂ ਜਰਨਲਾਈਜ਼ ਕਰਦੇ ਹਾਂ, ਜਰਨਲ ਦੇ ਵਿੱਚ ਲਿਖਦੇ ਹਾਂ, ਜਰਨਲ ਵੈਲਿਊ ਗਿਵਨ ਬਾਈ ਕੀ ਹੋਏਗੀ ਆਪਣੇ ਕੋਲ, log of e ਦੀ z, log e z ਇਕੁਅਲ ਟੂ ਕਿੰਦੇ ਹੋਏਗਾ, log e z ਪਲਸ 2n ਪਾਈ ਆਇਓਟਾ। ਤਾਂ ਮਤਲਬ ਕੀ ਹੈ ਆਪਣੇ ਕੋਲ, ਕਹਿੰਦਾ ਕਿ ਅਗਰ ਜਰਨਲ ਵੈਲਿਊ ਕੀ ਹੁੰਦੀ ਆ, ਆਪਾਂ log e ਦੀ z ਨੂੰ ਆਪਾਂ ਸੇਮ ਬਣਾਉਣਾ ਹੈ, ਤਾਂ ਉਹਦਾ ਕੀ ਹੈ, ਉਹਦੇ 'ਚ 2n ਪਾਈ ਆਇਓਟਾ ਐਡ ਕਰਾਂਗੇ ਤਾਂ ਉਹ ਚੀਜ਼ ਫਿਰ ਸੇਮ ਬਣ ਜਾਏਗੀ, ਜਿੱਦਾਂ ਕਿ ਆਪਾਂ ਐਕਸਪੋਨੈਂਸ਼ੀਅਲ ਫੰਕਸ਼ਨ ਦੇ ਵਿੱਚ ਕੀਤਾ ਸੀ। ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਪੀਰੀਅਡ ਆਫ log ਤਾਂ ਕੀ ਹੋਏਗਾ, 2
n पाई एओटा। ठीक है, ये अपने को की बन गया log द पीरियड। log z इज इक्वल टू log z प्लस 2n पाई एओटा ਦੇ ਆ ਜਾਂਦਾ ਕਰਦੇ ਆ ਤਾਂ ਇਹਨੂੰ ਜਦੋਂ ਸੋਲਵ ਕਰਦੇ ਆ ਆਪਣੇ ਕੋਲ log of z ਹੀ ਬਣ ਜਾਂਦਾ। ਠੀਕ ਹੈ, ਸੇਮ ਆਪਣੇ ਕੋਲ ਲਾਸਟ एक्सपोनेंशियल फंक्शंस की तरह। ठीक है, पीरियड ऑफ log की होएगा 2n पाई एओटा, तो ये अपने को इनका रिजल्ट है log x प्लस एओटा वाई। मतलब log की फॉर्म के अगर कोई कंपलैक्स नंबर आता तो वो की किवें लिख सकते हैं, log ऑफ रूट एक्स स्केयर प्लस वाई स्केयर प्लस एओटा टैन इनवर्स वाई ओवर एक्स। ठीक है, इनके ये टॉपिक ते आप करते हैं क्वेश्चन। की कह रहे हैं फाइंड, क्वेश्चन की अपने को फाइंड द वैल्यू ऑफ log ऑफ एओटा। ਤਾਂ ਆਪਾਂ ਇਹਨੂੰ ਕੀ ਲਿਖ ਸਕਦੇ ਹਾਂ log of एओटा ਨੂੰ log x स्केयर प्लस y स्केयर मतलब 0 ਦਾ स्केयर प्लस एओटा ਦਾ स्केयर। सॉरी एओटा ਕੀ ਹੈ, एओटा ਦੇ ਨਾਲ 1 ਹੈ, y ਕੀ ਆਪਣੇ ਕੋਲ 1 ਹੈ, 1 ਦਾ स्केयर प्लस एओटा tan इनवर्स y ओवर x मतलब 1 ओवर 0। ये की हो गया अपने को log of 1 प्लस एओटा tan इनवर्स 1 ओवर 0 की हो गया अपने को इनफाइनाइट। तो log 1 की होंदा अपने को 0 होंदा, एओटा tan इनवर्स इनफाइनाइट कितने होंदा है tan पाई बाई उते। तो अपने को की आ गया ए वाला कंपलैक्स आंसर आ गया। ठीक है, तो आ वाली वैल्यू कितना लिखी अपने को की है log ऑफ z इज इक्वल टू log x स्केयर प्लस y स्केयर दा अंडर रूट प्लस एओटा tan इनवर्स y ओवर x। इस रिजल्ट नू अप्लाई किया इत्थे सीधा। क्वेश्चन अपने को सैकेंड आ गया वैल्यूएट एओटा दी पावर एओटा। किवें करांगे आपां, सेट कर लांगे y इज इक्वल टू एओटा दी पावर एओटा, टेक log on बोथ साइड की आ गया अपने को log ऑफ y इज इक्वल टू log ऑफ एओटा दी पावर एओटा। ये की आ गया अपने को log ऑफ y इज इक्वल टू एओटा log एओटा। ठीक है, तो अपने को की आ गया log ऑफ y इज इक्वल टू ए वाला एओटा सेम उवें रहन दी है, log ऑफ एओटा दी आपां उपर वाला सोल्व किया उनकी वैल्यू अपने को की आई है। log ऑफ एओटा नूं आपां की लिख सकते हैं log ऑफ 0 स्केयर प्लस 1 दा स्केयर प्लस एओटा tan इनवर्स 1 ओवर 0। ये अपने को की आ गया एओटा, इनकी सारी दी वैल्यू अपने को की है हाँ निकाली है 0 प्लस एओटा पाई बाई 2। अपने को log ऑफ y की आ गया 0 आ गया और इधर मल्टीप्लाई की एओटा स्केयर की होंदा अपने को -1 इंटू पाई बाई 2। log ऑफ अपने को y की आ गया माइनस पाई बाई 2। y आ गया अपने को e दी पावर माइनस पाई बाई। ठीक है, ये आ गया अपने को। ओके, नेक्स्ट क्वेश्चन अगर देखिए आप जर्नल वैल्यू ऑफ log एओटा। ਆਪਾਂ ਨੂੰ ਕੀ ਪਤਾ प्रिंसीपल वैल्यू जो होंगी उनके विच आपां की ऐड करते हैं 2n पाई एओटा। जनरल वैल्यू ऑफ log एओटा इक्वल टू प्रिंसिपल वैल्यू प्लस की इसी पीरियड इंदा 2 पाई n एओटा। इनू ऐ लिख लें आपां
एन पाई आयोटा। ठीक है, एक होर क्वेश्चन देख लेने हैं। फाइंड पीरियड ऑफ log ऑफ z इज, ए की है पाई आयोटा, बी अपने को है पाई, सी 2n पाई आयोटा, डी अपने को नन ऑफ दिस। ठीक है, तो इनका आंसर अपने को की आएगा पाई आयोटा। ठीक है, क्यों? क्योंकि ਆਪਾਂ ਨੂੰ पता है कि पीरियड एंड जो जनरल वैल्यू होंगी है वो दोनों की होंगी अलग अलग होंगी, डिफरेंट होंगी। पीरियड की होंगे भी कितों जाके अपने को वो चीज़ रिपीट होनी शुरू हो जाए। ठीक है, जिथे अपने को वैल्यू रिपीट होनी शुरू हो जाए तो पीरियड की होंगे वैल्यू रिपीट होना, जिथे जिथे शुरू हो जाती है। एंड जर्नल वैल्यू की होंगी है जर्नल वैल्यू की होंगी है आप ऐड और सबट्रैक्ट करते हैं ना जदों, दे विच करते हैं प्रिंसीपल वैल्यू दे ऐड और सबट्रैक्ट करते हैं प्रिंसीपल वैल्यूज दे विच। प्रिंसीपल वैल्यूज दे। ठीक है, अगर आप इनकी एग्जाम्पल देखिए समझने के लिए भी ये चीज़ दोनों के विच डिफरेंस देखने के लिए, तो अपने कोल की है फॉर एग्जाम्पल पीरियड ऑफ साइन थीटा का की होंगे अपना 2 पाई, पता है क्योंकि 2 पाई तो अपने को साइन पाई साइन थीटा की वैल्यू रिपीट होनी शुरू हो जाती है। ठीक है, एंड अपने को इफ साइन थीटा इज इक्वल टू साइन अल्फा दे है तो अपने को जनरल वैल्यू ऑफ थीटा की होएगी इतने अपने को 2n पाई प्लस अल्फा आएगी। ठीक है, तो आ अपने को जर्नल वैल्यू होंगी है, जनरल वैल्यू होंगी है और अपने को ए वाली की होंगे इनका पीरियड होंगे। ठीक है, तो ये चीज़ ध्यान रखनी है। ओके, नैक्सट अपने को किया फंडामेंटल थ्योरम ऑफ एलजेब्रा। स्टार्टिंग ਦੇ ਵਿੱਚ ਆਪਾਂ ਇਹ ਥਿਊਰਮ ਕੀਤੀ ਸੀ। ਇਸ ਥਿਊਰਮ ਦੇ ਵਿੱਚ ਕੀ ਕਿਹਾ ਸੀ ਆਪਾਂ ਕਿ ਜਿੰਨੇ ਆਪਣੇ ਕੋਲ ਪਾਵਰ x ਦੀ ਹੋਏਗੀ, ਵੇਰੀਏਬਲ ਦੀ ਪਾਵਰ ਜਿੰਨੀ ਹੋਏਗੀ ਓਨੇ ਹੀ ਇਹਦੇ रूट्स आएंगे। ठीक है, तो इनकी स्टेटमेंट देखिए, फंडामेंटल थ्योरम ऑफ अलजबरा का कंपलैक्स नंबर ਦੇ ਵਿੱਚ ਕੀ ਕੰਮ ਹੈ, अगर अपने को कंपलैक्स ਦੇ ਵਿੱਚ पावर आ जाए तो की होएगा। इनकी स्टेटमेंट की है एवरी नॉन जीरो सिंगल वेरिएबल पोलिनोमियल ऑफ डिग्री n विद कॉम्प्लेक्स नंबर। ठीक है, कंपलैक्स कोफिशिएंट्स करने को उनके कोल जिहड़े कोफिशिएंट्स होंगे वो कंपलैक्स होंगे। एज काउंट विद मल्टीप्लिसिटी एक्जैक्टली n रूट।
मतलब कि अगर अपने कोल कोई ਪੋਲੀਨੋਮੀਅਲ ਹੈਗੀ ਸਿੰਗਲ ਵੇਰੀਏਬਲ ਦੀ n ਡਿਗਰੀ ਦੀ ਵਿਦ ਉਹਦੇ ਕੋਫੀਸ਼ੀਐਂਟਸ ਕਿਹੜੇ ਆ ਕੰਪਲੈਕਸ ਨੰਬਰ, ਤਾਂ ਉਹਨਾਂ ਦੇ ਰੂਟ ਕੀ ਆਪਣੇ ਆਪ ਕੋਲ ਆਣਗੇ, n ਰੂਟਸ ਆਣਗੇ ਐਗਜ਼ੈਕਟਲੀ। ਠੀਕ ਹੈ, ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਆ, ਨੰਬਰ ਆਫ ਰੂਟਸ ਆਫ n ਇਕੁਏਸ਼ਨ ਆਫ ਡਿਗਰੀ n is equal to n। ਠੀਕ ਹੈ, ਇਹ ਪੜਿਆ ਸੀ ਨਾ ਆਪਾਂ ax ਸਕੁਅਰ ਪਲਸ bx ਪਲਸ c ਇਕੁਅਲ ਟੂ 0, ਤਾਂ ਆਪਣੇ ਕੋਲ ਸਕੁਅਰ ਦੀ ਪਾਵਰ ਦੀ ਸਕੁਅਰ ਹੈ ਹਾਈਐਸਟ ਪਾਵਰ, ਤਾਂ ਇਹਦੇ ਆਪਣੇ ਕੋਲ ਦੋ ਰੂਟ ਆਣਗੇ। ਠੀਕ ਹੈ, ਸੇਮ ਉਹ ਕੀ ਕਹਿ ਰਿਹਾ, ਅਗਰ ਕੰਪਲੈਕਸ ਨੰਬਰ ਦੇ ਵਿੱਚ ਕੋਫੀਸ਼ੀਐਂਟ ਕੰਪਲੈਕਸ ਆ ਗਏ ਤਾਂ ਆਪਣੇ ਕੋਲ ਜਿੰਨੀ ਪਾਵਰ ਹੋ ਗਈ ਉਹਦੇ ਵੀ ਸੇਮ ਰੂਟ ਹੀ ਆਉਣਗੇ। ਠੀਕ ਹੈ, ਅਗਰ ਐਗਜ਼ਾਮਪਲ ਕਰੀਏ ਆਪਾਂ, ਆਪਣੇ ਕੋਲ x ਸਕੁਅਰ ਮਾਈਨਸ 4x ਪਲਸ 4 ਇਕੁਅਲ ਟੂ 0 ਹੈ, ਤਾਂ ਸੋਲਿਊਸ਼ਨਸ ਆਰ ਕੀ ਆਣਗੇ ਆਪਣੇ ਕੋਲ। ਠੀਕ ਹੈ, ਤਾਂ ਨੰਬਰ ਆਫ ਸੋਲਿਊਸ਼ਨ ਕੀ ਹੋਗੀ, 2 ਹੋ ਗਏ। ਠੀਕ ਹੈ, ਹੁਣ ਇਹਦੇ ਦੇ ਇਸ ਤੋਂ ਆਪਾਂ ਰਿਜ਼ਲਟ ਡਿਸਕ੍ਰਾਈਬ ਕਰਾਂਗੇ। ਕੀ ਡਿਸਕ੍ਰਾਈਬ ਕਰਾਂਗੇ ਕਿ ਅਗਰ ਆਪਣੇ ਕੋਲ ਇਹ ਵਾਲੇ ਸਾਰੇ ਕੋਫੀਸ਼ੀਐਂਟਸ ਜਿਹੜੇ ਹੈਗੇ ਆ ਰੀਅਲ ਹੋਣਗੇ, ਤਾਂ ਆਪਣੇ ਕੋਲ ਨੰਬਰ ਆਫ ਜੋ ਰੂਟਸ ਹੋਣਗੇ ਉਹ ਆਪਣੇ ਕੋਲ ਰੀਅਲ ਆਉਣਗੇ ਜਾਂ ਕੰਪਲੈਕਸ ਹੋਣਗੇ, ਜਾਂ ਰੀਅਲ ਜਾਂ ਕੰਪਲੈਕਸ, ਇੱਕ ਇੱਕ ਰੀਅਲ ਆਊਗਾ ਇੱਕ ਕੰਪਲੈਕਸ ਆਊਗਾ। ਔਰ ਅਗਰ ਇੱਥੇ ਆਪਣੇ ਕੋਲ ਕੋਫੀਸ਼ੀਐਂਟਸ ਨੋਨ ਰੀਅਲ ਆ ਗਏ, ਮਤਲਬ ਕਿ ਇੱਕ ਵੀ ਰੂਟਸ ਆਪਣੇ ਕੋਲ ਨੋਨ ਰੀਅਲ ਆ ਗਿਆ, ਤਾਂ ਆਪਣੇ ਕੋਲ ਫਿਰ ਕੀ ਰੂਟਸ ਕਿੱਦਾਂ ਦੇ ਆਣਗੇ, ਤਾਂ ਇਹ ਚੀਜ਼ ਨੂੰ ਆਪਾਂ ਡਿਸਕ੍ਰਾਈਬ ਕਰਦੇ ਹਾਂ ਅਗਲੇ ਪੇਜ ਤੇ। ਤਾਂ ਆਪਣੇ ਕੋਲ ਦੋ ਕੇਸ ਬਣਦੇ ਇਹਦੇ ਵਿੱਚ। ਅਗਰ ਆਪ ਦੇਖੀਏ ਆਪਾਂ ਇਕੁਏਸ਼ਨ ਆਫ ਐਨੀ ਡਿਗਰੀ ਲਈਏ ਕੋਈ ਵੀ, ਠੀਕ ਹੈ, ਆਪਣੇ ਕੋਲ ਇਕੁਏਸ਼ਨ ਹੋਗੀ ਕੋਈ ਵੀ ਡਿਗਰੀ ਦੀ, ਸਕੇਅਰ ਲੈ ਲਈਏ, ਕਿਊਬਿਕ ਲੈ ਲਈਏ, ਠੀਕ ਹੈ, ਐਨ ਦੀ ਪਾਵਰ ਦੇ ਵਿੱਚ ਲੈ ਲਈਏ, ਤਾਂ ਆਪਣੇ ਕੋਲ ਕੀ ਆ, ਦੋ ਕੇਸ ਬਣਦੇ ਆ। ਕੀ ਬਣਦੇ ਆ ਕੇਸ, ਇੱਕ ਤਾਂ ਆਪਣੇ ਕੋਲ ਕੀ ਆ, 올 ਦੀ ਕੋਫੀਸ਼ੀਐਂਟ ਆਰ ਰੀਅਲ। ਕੀ ਬਣਦਾ ਇੱਕ ਵੀ ਉਹਦੇ ਜਿਹੜੇ ਸਾਰੇ ਕੋਫੀਸ਼ੀਐਂਟ ਹੈਗੇ ਰੀਅਲ ਆ, ਮਤਲਬ ਕੀ ਆ ax ਸਕੁਅਰ ਪਲਸ bx ਪਲਸ c ਇਕੁਅਲ ਟੂ 0, ਤਾਂ ਆ ਜਿਹੜੇ ਕੋਫੀਸ਼ੀਐਂਟ ਹੈਗੇ ਆਪਣੇ ਕੋਲ a b c, ਇਹ ਕੀ ਆਪਣੇ ਕੋਲ ਰੀਅਲ ਹੈਗੇ ਆ। ਠੀਕ ਹੈ, ਔਰ ਐਟ ਲੀਸਟ one ਕੋਫੀਸ਼ੀਐਂਟ ਇਜ਼ ਨੋਨ ਰੀਅਲ। ਨੋਨ ਰੀਅਲ ਦਾ ਮਤਲਬ ਕੀ ਹੈ, ਕੰਪਲੈਕਸ ਦੀ ਫਾਰਮ ਦੇ ਵਿੱਚ ਆ ਗਿਆ। ਠੀਕ ਹੈ, ਤਾਂ ਇਹਦਾ ਮਤਲਬ ਇੱਥੇ ਅਗਰ ਆਪਾਂ ਨੂੰ ਓਨਲੀ ਇਫ ਗਿਵਨ, ਅਗਰ ਆਪਾਂ ਨੂੰ ਗਿਵਨ ਹੈ ਕਿ ਇਹਦੇ ਸਾਰੇ ਕੋਫੀਸ਼ੀਐਂਟ ਕੀ ਹੈ, ਰੀਅਲ ਹੈ, ਔਰ ਇਹ ਆਪਾਂ ਉਦੋਂ ਦੇਖਣਾ ਵੀ ਕੰਸੀਡਰ ਇਫ ਨਥਿੰਗ ਇਜ਼ ਗਿਵਨ। ਤਾਂ ਆਹ ਵਾਲਾ ਕੇਸ ਆਪਾਂ ਉਦੋਂ ਲੈਣਾ ਹੈ ਜਦੋਂ ਆਪਾਂ ਨੂੰ ਕੁਛ ਵੀ ਗਿਵਨ ਨਹੀਂ, ਤਾਂ ਆਪਾਂ ਮੰਨ ਲੈਣਾ ਵੀ ਉਹਦਾ ਘੱਟੋ ਘੱਟ ਇੱਕ ਕੋਫੀਸ਼ੀਐਂਟ ਜਿਹੜਾ ਹੈਗਾ ਉਹ ਨੋਨ ਰੀਅਲ ਹੈਗਾ। ਠੀਕ ਹੈ, ਘੱਟੋ ਘੱਟ ਇੱਕ ਕੋਫੀਸ਼ੀਐਂਟ ਨੋਨ ਰੀਅਲ ਹੈਗਾ। ਓਕੇ, ਤਾਂ ਇਹਨਾਂ ਦੇ ਵਿੱਚੋਂ ਆਪਣੇ ਕੋਲ ਕੀ ਕੀ ਪ੍ਰੋਪਰਟੀਜ਼ ਬਣਦੀਆਂ ਇਹਨਾਂ ਤੋਂ, ਇਹਨਾਂ ਦੋਨੋਂ ਕੇਸਿਸ। ਕੀ ਕੀ ਪ੍ਰੋਪਰਟੀਜ਼ ਬਣਦੀਆਂ ਆਪਾਂ ਉਹ ਦੇਖਦੇ ਹਾਂ। ਫਸਟ ਪ੍ਰੋਪਰਟੀ ਆਪਣੇ ਕੋਲ ਇਹਦੀ ਹੈ ਕਿ ਆਪਣੇ ਕੋਲ ਓਲ ਗਿਵਨ ਹੈਗਾ ਕਿ ਓਲ ਦੀ ਕੋਫੀਸ਼ੀਐਂਟਸ ਆਰ ਰੀਅਲ, ਮਤਲਬ ਏ ਬੀ ਸੀ ਜਿਹੜੇ ਸਾਰੇ ਹੈਗੇ ਆ ਉਹ ਆਪਣੇ ਕੋਲ ਰੀਅਲ ਹੈਗੇ ਆ। ਤਾਂ ਫਸਟ ਪ੍ਰੋਪਰਟੀ ਕੀ ਬਣਦੀ ਹੈ, ਅਗਰ ਇਦਾਂ ਹੈਗਾ ਤਾਂ ਜਿਹੜਾ ਕੰਪਲੈਕਸ ਰੂਟਸ ਹੈਗੇ ਆ ਨਾ, ਇਫ ਅਕਰ ਦੇ ਅਕਰ ਇਨ ਕੰਜੂਗੇਟ ਪੇਅਰ। ਇਹਦਾ ਮਤਲਬ ਕੀ ਹੈ, ਅਗਰ ਆਪਣੇ ਕੋਲ ਏ ਬੀ ਔਰ ਸੀ ਤਿੰਨੋਂ ਰੂਟਸ ਕੀ ਦਿੱਤੇ ਹੋ, ਤਿੰਨੋਂ ਆਪਣੇ ਕੋਲ ਰੀਅਲ ਗਿਵਨ ਹੈਗੇ ਆ। ਠੀਕ ਹੈ, ਤਾਂ ਉਹਦੇ ਰੂਟਸ ਆਪਣੇ ਕੋਲ ਕੀ ਹੈ ਆਉਣਗੇ, ਜਦੋਂ ਇਹ ਵਾਲੀ ਇਕੁਏਸ਼ਨ ਦੇ ਰੂਟ ਆਉਣਗੇ ਜਦੋਂ, ਤਾਂ ਉਹ ਕੀ ਆਉਣਗੇ, ਜਾਂ ਤਾਂ ਆਪਣੇ ਕੋਲ ਜਾਂ ਤਾਂ ਆਪਣੇ ਕੋਲ ਇਹਦੇ ਰੂਟਸ ਆਣਗੇ ਰੀਅਲ,
ठीक है, बोथ दो रूट आने अपने को अपन पता है। ठीक है, तो जे आने दोनों दोनों रियल आने, अगर अपने को रियल ना आए तो अगर कंपलैक्स आए, कंपलैक्स रूट आए तो वो कंजुगेट पेयर दे विच आउणगे। कंजुगेट पेयर दे विच आउणगे, मतलब दो रूट है, दो ਤਾਂ ਆਪਾਂ ਨੂੰ ਆਪਣੇ ਕੋਲ ਕੰਪਲੈਕਸ ਰੂਟ ਆਏ ਤਾਂ ਮਤਲਬ ਕੀ ਹੈ, ਦੋਨੋਂ ਹੀ ਪੇਅਰ ਕੀ ਹੁੰਦਾ, ਦੋ ਦੋਵਾਂ ਨੂੰ ਮਿਲਾ ਕੇ ਬਣਦਾ, ਤੇ ਦੋ ਟੋਟਲੀ ਦੋ ਰੂਟ ਹੈ ਤਾਂ ਦੋਨੋਂ ਕੀ ਆਣਗੇ, ਕੰਪਲੈਕਸ ਆਉਣਗੇ। ਅਗਰ ਆਏ ਤਾਂ ਕੀ ਕਹਿ ਰਿਹਾ, ਕੰਪਲੈਕਸ ਰੂਟ ਇਫ ਅਕਰ, ਮਤਲਬ ਜੇ ਕੰਪਲੈਕਸ ਰੂਟ ਆਏ ਤਾਂ ਉਹ ਕੀ ਹੋਣਗੇ, ਕੰਜੂਗੇਟ ਪੇਅਰ ਦੇ ਵਿੱਚ ਹੋਣਗੇ। ਅਗਰ ਆਪਾਂ ਇੱਥੇ ਕਿਊਬਿਕ ਇਕੁਏਸ਼ਨ ਲੈ ਲਈਏ, ਠੀਕ ਹੈ, ਤਾਂ ਉਹਦੇ ਜੇ ਰੂਟ ਆਣਗੇ ਤਾਂ ਕੰਜੂਗੇਟ ਪੇਅਰ ਦੇ ਵਿੱਚ ਆਣਗੇ। ਮਤਲਬ ਕੀ ਆ, ਦੋ ਰੂਟ ਕੰਜੂਗੇਟ ਜੇ ਕੰਪਲੈਕਸ ਨੰਬਰ ਰੂਟ ਆਏ ਤਾਂ ਦੋਨੋਂ ਦੋ ਰੂਟ ਆਣਗੇ ਕੰਪਲੈਕਸ ਦੇ, ਔਰ ਇੱਕ ਕੀ ਆ ਜਾਊਗਾ ਫਿਰ, ਰੀਅਲ ਆ ਜਾਏਗਾ। ਅਗਰ 4 ਆਏ, ਠੀਕ ਹੈ, ਤਾਂ ਉਹਦੇ ਕੀ ਕੇਸ ਬਣਦੇ ਆ, ਪਾਵਰ 4 ਆਈ ਉਹਦੀ ਆਪਣੇ ਕੋਲ ਕੀ ਕੇਸ ਬਣਦੇ ਆ, ਜਾਂ ਤਾਂ ਚਾਰੋਂ ਰੀਅਲ ਹੋਣਗੇ, ਠੀਕ ਹੈ, ਜੇ ਕੰਪਲੈਕਸ ਦੇ ਵਿੱਚ ਆਏ ਤਾਂ ਦੋ ਰੂਟ ਰੀਅਲ ਤੇ ਦੋ ਕੰਪਲੈਕਸ ਦੇ ਵਿੱਚ ਆਣਗੇ, ਔਰ ਤੀਜਾ ਕੇਸ ਕੀ ਬਣਦਾ, ਚਾਰੋਂ ਹੀ ਕੰਪਲੈਕਸ ਦੇ ਵਿੱਚ ਆਣਗੇ ਤੇ ਰੀਅਲ ਇੱਕ ਵੀ ਨਹੀਂ ਆਉਂਦਾ। ਠੀਕ ਹੈ, ਤਾਂ ਜੇ ਆਪਣੇ ਕੋਲ ਸਾਰੇ ਰੂਟ ਰੀਅਲ ਹੈਗੇ, ਸੌਰੀ ਸਾਰੇ ਕੋਫੀਸ਼ੀਐਂਟ ਕੀ ਆਪਣੇ ਕੋਲ ਰੀਅਲ ਹੈਗੇ ਆ, ਤਾਂ ਆਪਣੇ ਕੋਲ ਉਹਦੀ ਜੋ ਰੂਟਸ ਆਣਗੇ, ਠੀਕ ਹੈ, ਉਹ ਅਗਰ ਕੰਪਲੈਕਸ ਆਣਗੇ ਤਾਂ ਕਿੰਨੇ ਆਉਣਗੇ, ਕੰਜੂਗੇਟ ਪੇਅਰਸ ਦੇ ਵਿੱਚ ਹੀ ਆਉਣਗੇ ਹਮੇਸ਼ਾ। ਤਾਂ ਆਪਾਂ ਕਰਦੇ ਆ ਨਾ ax² ਪਲੱਸ bx ਪਲੱਸ c, ਜਦੋਂ ਆਪਣੇ ਕੋਲ ਇਹਨਾਂ ਦੇ ਫੈਕਟਰ ਨਹੀਂ ਬਣ ਰਹੇ ਹੁੰਦੇ ਤਾਂ ਆਪਾਂ ਕੀ ਕਰਦੇ ਆ, -b ਪਲੱਸ ਮਾਈਨਸ ਰੂਟ b² ਮਾਈਨਸ 4ac ਡਿਵਾਈਡ ਬਾਈ 2a। ਠੀਕ ਹੈ, ਓਕੇ। ਤਾਂ ਇੱਥੇ ਜੇ ਇਹਨਾਂ ਦੀ ਜਦੋਂ ਵੈਲਿਊਜ਼ ਕੱਢਦੇ ਆ ਤਾਂ ਆਪਣੇ ਕੋਲ ਕੰਪਲੈਕਸ ਕੀ ਆਉਂਦੇ ਆ, ਰੂਟਸ ਆਉਂਦੇ ਆ, ਤੇ ਉਹ ਕੀ ਹੁੰਦੇ ਆ, ਕੰਜੂਗੇਟ ਪੇਅਰ ਦੇ ਵਿੱਚ ਆਉਂਦੇ ਆ। ਠੀਕ ਹੈ, ਮਤਲਬ ਕੀ ਹੈ, ਇੱਕ ਪਲੱਸ ਦਾ ਹੋਊਗਾ, ਇੱਕ ਮਾਈਨਸ ਦਾ ਹੋਏਗਾ। ਤਾਂ ਉਹੀ ਚੀਜ਼ ਇੱਥੇ ਕਿਹਾ ਹੈ। ਠੀਕ ਹੈ, ਅਗਰ ਇਹਨਾਂ ਦੇ ਫੈਕਟਰ ਸਹੀ ਸਹੀ ਹੋ ਗਏ ਆਪਣੇ ਕੋਲ ਤਾਂ ਦੋਨੋਂ ਰੂਟ ਕੀ ਆਉਣਗੇ, ਰੀਅਲ ਦੇ ਰੀਅਲ। ਠੀਕ ਹੈ, ਅਗਰ ਨਹੀਂ ਹੋਏ ਫੈਕਟਰ ਤਾਂ ਆਪਣੇ ਕੋਲ ਦੋਨੋਂ ਰੂਟ ਕੰਪਲੈਕਸ ਆਉਣਗੇ ਤੇ ਕੰਪਲੈਕਸ ਕੰਜੂਗੇਟ ਪੇਅਰ ਦੇ ਵਿੱਚ ਹੀ ਹੋਣਗੇ ਹਮੇਸ਼ਾ। ਠੀਕ ਹੈ, ਤਾਂ ਇਹ ਆਪਣੇ ਕੋਲ ਇਹਦੀ ਫਸਟ ਪ੍ਰੋਪਰਟੀ ਹੈ ਕਿ ਅਗਰ ਆਪਣੇ ਕੋਲ ਕੋਫੀਸ਼ੀਐਂਟਸ ਰੀਅਲ ਗਿਵਨ ਹੈਗੇ ਆ ਤਾਂ ਉਹਦੇ ਜੇ ਰੂਟ ਕੰਪਲੈਕਸ ਆਣਗੇ ਤਾਂ ਉਹ ਕੰਜੂਗੇਟ ਪੇਅਰ ਦੇ ਵਿੱਚ ਹੀ ਆਉਣਗੇ ਹਮੇਸ਼ਾ। ਠੀਕ ਹੈ, ਸੈਕਿੰਡ ਇਹਦਾ ਫਸਟ ਕਰ ਲੈਂਦੇ ਆ ਕੀ ਆਪਣੇ ਕੋਲ, ਕਹਿੰਦਾ no such condition of conjugate pairs is applicable। ਇਹਦਾ ਮਤਲਬ ਕੀ ਆ, ਕਹਿੰਦਾ ਅਗਰ ਆਪਾਂ ਮੰਨ ਲਈਏ ਐਟ ਲੀਸਟ 1 ਕੋਫੀਸ਼ੀਐਂਟ ਆ, ਮਤਲਬ a ਘੱਟੋ ਘੱਟ ਇੱਕ, ਮਤਲਬ ਜਾਂ ਤਾਂ a ਜਾਂ b ਜਾਂ c ਘੱਟੋ ਘੱਟ ਇੱਕ ਨੋਨ ਰੀਅਲ ਹੈਗਾ। ਕੋਫੀਸ਼ੀਐਂਟ ਕੀ ਹੈ, ਇੱਕ ਨੋਨ ਰੀਅਲ ਹੈ। ਇੱਕ ਵੀ ਹੋ ਸਕਦਾ, ਦੋ ਵੀ ਹੋ ਸਕਦੇ ਆ, ਤਿੰਨੇ ਵੀ ਹੋ ਸਕਦੇ ਆ। ਠੀਕ ਹੈ, ਸਾਰੇ ਵੀ ਹੋ ਸਕਦੇ ਆ। ਕੋਫੀਸ਼ੀਐਂਟ ਕੀ ਨੋਨ ਰੀਅਲ ਹੋ ਸਕਦੇ ਆ। ਜੇ ਆਪਾਂ ਨੂੰ ਗਿਵਨ ਦੇਤਾ ਵੀ ਨੋਨ ਰੀਅਲ ਹੈ ਤਾਂ ਆਪਣੇ ਕੋਲ ਕੀ ਹੋਊਗਾ, ਇੱਥੇ ਆਪਣੇ ਕੋਲ ਕੰਜੂਗੇਟ ਪੇਅਰ ਵਾਲੀ ਕੰਡੀਸ਼ਨ ਅਪਲਾਈ ਨਹੀਂ ਹੋਏਗੀ। ਤਾਂ ਇੱਥੇ ਆਪਣੇ ਕੋਲ ਕੰਜੂਗੇਟ ਵਾਲੀ ਕੰਡੀਸ਼ਨ ਐਪਲੀਕੇਬਲ ਨਹੀਂ ਹੋਣਗੇ, ਤਾਂ ਉਦੋਂ ਆਪਣੇ ਕੋਲ ਕੰਪਲੈਕਸ ਰੂਟ ਇੱਕ ਵੀ ਆ ਸਕਦਾ, ਦੋ ਵੀ ਆ ਸਕਦੇ, ਤਿੰਨ ਵੀ ਆ ਸਕਦੇ ਆ ਤੇ ਸਾਰੇ ਵੀ ਆ ਸਕਦੇ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਸੈਕਿੰਡ ਇਹਦੀ ਕੀ ਆ, all the roots are here। ਤਾਂ ਆਪਾਂ ਦੇਖਿਆ ਸੀ ਅਗਰ ਕੰਜੂਗੇਟ ਪੇਅਰ ਦੇ ਵਿੱਚ ਕੰਪਲੈਕਸ ਰੂਟ ਨਹੀਂ ਹੈਗੇ, ਮਤਲਬ ਕੰਪਲੈਕਸ ਰੂਟ ਨਹੀਂ ਹੈਗੇ ਕੋਈ ਵੀ, ਤਾਂ ਆਪਣੇ ਕੋਲ ਸਾਰੇ ਰੂਟਸ ਕੀ ਹੋਣਗੇ, ਰੀਅਲ ਹੋਣਗੇ। ਠੀਕ ਹੈ, ਤੇ ਇਹਦੇ ਵਿੱਚ ਕੀ ਹੈ ਆਪਣੇ ਕੋਲ, ਐਟ ਲੀਸਟ 1 root is non real। ਕਿਉਂ, ਕਿਉਂਕਿ ਆਪਾਂ ਕਿਹਾ ਇੱਥੇ ਕਿ ਕੋਫੀਸ਼ੀਐਂਟ ਆਪਣੇ ਕੋਲ ਇੱਕ ਘੱਟੋ ਘੱਟ ਇੱਕ ਕੋਫੀਸ਼ੀਐਂਟ ਨੋਨ ਰੀਅਲ ਹੈ, ਤਾਂ ਆਪਣੇ ਕੋਲ ਘੱਟੋ ਘੱਟ ਇੱਕ ਰੂਟ ਇਹੋ ਜਿਹਾ ਆਊਗਾ ਜਿਹੜਾ ਨੋਨ ਰੀਅਲ ਹੋਊਗਾ। ਅਗਰ ਇੱਥੇ ਜ਼ਿਆਦਾ ਕੋਫੀਸ਼ੀਐਂਟ ਨੋਨ ਰੀਅਲ ਹੈਗੇ ਆ ਤਾਂ ਆਪਣੇ ਕੋਲ ਰੂਟਸ ਜਿਹੜੇ ਹੈਗੇ ਉਹ ਜ਼ਿਆਦਾ ਨੋਨ ਰੀਅਲ ਆਉਣਗੇ। ਬਟ ਘੱਟੋ ਘੱਟ ਇੱਕ ਰੂਟ ਇਹੋ ਜਿਹਾ ਆਊਗਾ ਜੋ
ਨੋਨ ਰੀਅਲ ਹੋਏਗਾ। ਠੀਕ ਹੈ, ਇਹ ਨਹੀਂ ਵੀ ਇੱਥੇ ਆਪਣੇ ਕੋਲ ਕੋਈ ਵੀ ਨੋਨ ਰੀਅਲ ਜਾਂ ਕੰਪਲੈਕਸ ਰੂਟ ਨਹੀਂ ਹੋਣਗੇ। ਠੀਕ ਹੈ, ਥਰਡ ਕੀ ਆਪਣੇ ਕੋਲ ਸਮ ਆਫ ਰੂਟਸ ਐਂਡ ਪ੍ਰੋਡਕਟ ਆਫ ਰੂਟਸ ਆਰ ਰੀਅਲ। ਠੀਕ ਹੈ, ਹੁਣ ਇਹਦੇ ਵਿੱਚ ਕੀ ਆਪਣੇ ਕੋਲ ਕੰਪਲੈਕਸ ਆਵੇ ਜਾਂ ਰੀਅਲ ਆਣੇ, ਉਹਨਾਂ ਦਾ ਜਦੋਂ ਸਮ ਕਰਦੇ ਆ ਜਾਂ ਪ੍ਰੋਡਕਟ ਕਰਦੇ ਆ ਤਾਂ ਆਪਣੇ ਕੋਲ ਰੀਅਲ ਨੰਬਰ ਹੀ ਆਏਗੀ। ਠੀਕ ਹੈ, ਰੀਅਲ ਹੀ ਆਣਗੇ। ਇਸ ਦੇ ਵਿੱਚ ਕੀ ਹੈ, ਸਮ ਆਫ ਰੂਟਸ ਐਂਡ ਪ੍ਰੋਡਕਟ ਆਫ ਰੂਟਸ may be real or ਕੰਪਲੈਕਸ। ਤਾਂ ਇਹਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਵੀ ਆਪਣੇ ਕੋਲ ਸਮ ਆਫ ਰੂਟਸ ਤੇ ਪ੍ਰੋਡਕਟ ਆਫ ਰੂਟ ਰੀਅਲ ਆਊਗੀ ਕਿ ਕੰਪਲੈਕਸ ਆਊਗੀ। ਮਤਲਬ ਰੀਅਲ ਵੀ ਆ ਸਕਦੀ ਹੈ ਤੇ ਕੰਪਲੈਕਸ ਵੀ ਆ ਸਕਦੀ ਹੈ। ਠੀਕ ਹੈ, ਤਾਂ ਇਹ ਆਪਣੇ ਕੋਲ ਇਹਨਾਂ ਦੀਆਂ ਤਿੰਨ ਤਿੰਨ ਪ੍ਰੋਪਰਟੀਜ਼ ਬਣਦੀਆਂ। ਠੀਕ ਹੈ, ਇਹ ਸਿੱਧੇ ਸਿੱਧੇ ਆਪਣੇ ਕੋਲ MCQ ਮਤਲਬ ਪੇਪਰਸ ਦੇ ਵਿੱਚ ਪੁੱਛੇ ਜਾ ਸਕਦੇ ਆ। ਜੇਕਰ ਆਪਣੇ ਕੋਲ ਰੀਅਲ ਕੋਫੀਸ਼ੀਐਂਟਸ ਹੈਗੇ ਤਾਂ ਉਹਦੀ ਆਹ ਪ੍ਰੋਪਰਟੀਜ਼ ਹੈ, ਜੇਕਰ ਐਟਲੀਸਟ 1 ਕੋਫੀਸ਼ੀਐਂਟ ਆਪਣੇ ਕੋਲ ਕੰਪਲੈਕਸ ਨੰਬਰ ਜਾਂ ਨੋਨ ਰੀਅਲ ਹੈਗਾ ਤਾਂ ਉਹਦੀਆਂ ਪ੍ਰੋਪਰਟੀਜ਼ ਆ ਹੈਗੀਆਂ। ਠੀਕ ਹੈ, ਇਹਦੇ ਨਾਲ ਕੁਐਸਚਨ ਕਰਦੇ ਹਾਂ ਇਹਦਾ ਆਪਾਂ ਮੈਕਸਿਮਮ ਨੰਬਰ ਆਫ complex root of a cubic equation is। ਤਾਂ ਇਹਦਾ ਆਨਸਰ ਕੀ ਆਏਗਾ ਆਪਣੇ ਕੋਲ, ਆਪਸ਼ਨਸ ਆਪਣੇ ਕੋਲ 1 ਹੈ, B2 ਹੈ, C ਆਪਣੇ ਕੋਲ 3 ਹੈ ਔਰ D ਆਪਣੇ ਕੋਲ 0 ਹੈ। ਤਾਂ ਹੁਣ ਉਹਨੇ ਪੁੱਛਿਆ ਕੀ ਆਪਣੇ ਕੋਲ, ਉਹਨੇ ਪੁੱਛਿਆ ਕਿ ਮੈਕਸਿਮਮ ਨੰਬਰ ਆਫ ਕੰਪਲੈਕਸ ਰੂਟ ਆਫ ਏ ਕਿਊਬਿਕ ਇਕੁਏਸ਼ਨ। ਪਹਿਲਾਂ ਤਾਂ ਆਪਾਂ ਚੈੱਕ ਕਰਨਾ ਕਿ ਕਿਊਬਿਕ ਇਕੁਏਸ਼ਨਸ ਦੇ ਵਿੱਚ ਉਹਨੇ ਕੋਫੀਸ਼ੀਐਂਟਸ ਦੇ ਬਾਰੇ ਕੁਝ ਕਿਹਾ, ਕੁਛ ਨਹੀਂ ਕਿਹਾ। ਮਤਲਬ ਅਗਰ ਕਿਆ ਹੁੰਦਾ ਵੀ ਰੀਅਲ ਕੋਫੀਸ਼ੀਐਂਟਸ ਹੈਗੇ ਆ ਸਾਰੇ, ਫਿਰ ਤਾਂ ਆਪਾਂ ਰੀਅਲ ਦੀ ਪ੍ਰੋਪਰਟੀਜ਼ ਕਰਕੇ ਆਪਾਂ ਦੇਖਦੇ। ਹੁਣ ਉਹਨੇ ਕੁਝ ਵੀ ਨਹੀਂ ਕਿਹਾ, ਆਪਾਂ ਘੱਟੋ ਘੱਟ ਇੱਕ ਐਟਲੀਸਟ 1 ਰੂਟ ਆਪਾਂ ਕੀ ਨੋਨ ਰੀਅਲ ਲੈ ਕੇ ਚੱਲਾਂਗੇ। ਅਗਰ ਇੱਕ ਰੂਟ ਵੀ ਨੋਨ ਰੀਅਲ ਹੈ ਤਾਂ ਮੈਕਸਿਮਮ ਨੰਬਰ ਪੁੱਛਿਆ ਆਫ ਕੰਪਲੈਕਸ ਰੂਟਸ, ਤਾਂ ਇੱਕ ਘੱਟੋ ਘੱਟ ਇੱਕ ਤਾਂ ਆਪਾਂ ਮੰਨਦੇ ਹੀ ਆ, ਤਾਂ ਜ਼ਿਆਦਾ ਵੀ ਹੋ ਸਕਦੇ ਆ। ਤਾਂ ਜ਼ਿਆਦਾ ਕਿਊਬਿਕ ਇਕੁਏਸ਼ਨ ਦੇ ਕਿੰਨੇ ਰੂਟ ਹੋਣਗੇ ਆਪਣੇ ਕੋਲ, 3 ਰੂਟ ਹੋਣਗੇ। ਤਾਂ ਆਪਣੇ ਕੋਲ ਤਿੰਨੋਂ ਵੀ ਕੰਪਲੈਕਸ ਨੰਬਰ ਹੋ ਸਕਦੇ ਆ। ਤਾਂ ਇਹਦਾ ਆਨਸਰ ਕੀ ਆ ਗਿਆ ਆਪਣੇ ਕੋਲ 3। ਠੀਕ ਹੈ, ਅਗਰ ਆਪਣੇ ਕੋਲ ਇੱਕ ਘੱਟੋ ਘੱਟ ਇੱਕ ਕੋਫੀਸ਼ੀਐਂਟ ਆਪਾਂ ਨੋਨ ਰੀਅਲ ਮੰਨਿਆ ਤਾਂ ਇੱਕ ਕੰਪਲੈਕਸ ਰੂਟ ਆਏਗਾ। ਅਗਰ ਦੋ ਮੰਨੀਏ ਤਾਂ ਦੋ ਆਣਗੇ। ਤਾਂ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਮੰਨ ਸਕਦੇ ਹਾਂ, 3, ਕਿਉਂਕਿ ਕਿਊਬਿਕ ਇਕੁਏਸ਼ਨ ਦੇ 3 ਰੂਟਸ ਹੁੰਦੇ ਆ ਤਾਂ ਆਪਾਂ ਸਾਰੇ ਹੀ ਲੈ ਲਏ। ਠੀਕ ਹੈ, ਮੈਕਸਿਮਮ ਨੰਬਰ ਆਫ ਕੰਪਲੈਕਸ roots of a cubic equation with real coefficient is। ए अपने को ऑप्शन है 1 है, B2 है, C3 और D अपने को 0 है। ਤਾਂ ਹੁਣ ਇੱਥੇ ਉਹਨੇ ਕੀ ਕਹਿਤਾ ਹੈ, ਵਿਦ ਰੀਅਲ ਕੋਫੀਸ਼ੀਐਂਟ, ਵਿਦ ਰੀਅਲ ਕੋਫੀਸ਼ੀਐਂਟ। ਤਾਂ ਮੈਕਸਿਮਮ ਨੰਬਰ ਆਫ ਕੰਪਲੈਕਸ ਰੂਟ ਆਫ ਕਿਊਬਿਕ ਇਕੁਏਸ਼ਨ, ਕਿਊਬਿਕ ਇਕੁਏਸ਼ਨ ਹੈ 3 ਰੂਟ ਆਣਗੇ ਆਪਣੇ ਕੋਲ। ਠੀਕ ਹੈ, ਵਿਦ ਰੀਅਲ ਕੋਫੀਸ਼ੀਐਂਟ। ਤਾਂ ਉਹਨੇ ਕੀ ਕਿਹਾ ਵੀ ਰੀਅਲ ਕੋਫੀਸ਼ੀਐਂਟ ਹੋਏਗਾ। ਤਾਂ ਆਪਾਂ ਜੇ ਮੰਨ ਕੇ ਚੱਲੀਏ 3 ਰੂਟ ਹੈਗੇ ਆ, ਉਹਦੇ ਵਿੱਚੋਂ ਇੱਕ ਰੀਅਲ ਕੋਫੀਸ਼ੀਐਂਟ ਹੈਗਾ। ਅਗਰ ਰੀਅਲ ਕੋਫੀਸ਼ੀਐਂਟ ਹੈਗਾ ਤਾਂ ਆਪਣੇ ਕੋਲ ਤਿੰਨਾਂ ਦੇ ਵਿੱਚੋਂ ਅਗਰ ਕੰਪਲੈਕਸ ਰੂਟ ਆਉਂਦਾ ਤਾਂ ਉਹ ਕੰਜੂਗੇਟ ਪੇਅਰ ਦੇ ਵਿੱਚ ਆਉਂਦਾ। ਤਾਂ ਮਤਲਬ ਦੋ ਆਹ ਵਾਲੇ ਜਿਹੜੇ ਰੂਟ ਹੈਗੇ ਆ ਉਹ ਕੀ ਹੋਣਗੇ, ਕੰਪਲੈਕਸ ਨੰਬਰ। ਠੀਕ ਹੈ, ਤਾਂ ਇੱਕ ਕੀ ਹੋਏਗਾ ਆਪਣੇ ਕੋਲ ਰੀਅਲ ਹੋਏਗਾ। ਠੀਕ ਹੈ, ਤਾਂ ਇੱਥੇ ਉਹ ਪ੍ਰੋਪਰਟੀ ਲੱਗ ਗਈ ਕਿ ਅਗਰ ਕੰਪਲੈਕਸ ਰੂਟ ਆਣਗੇ ਤਾਂ ਕੰਜੂਗੇਟ ਪੇਅਰ ਦੇ ਵਿੱਚ ਆਉਣਗੇ। ਓਕੇ, ਤਾਂ ਇਹ ਵਾਲੀਆਂ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ ਉਹਨਾਂ ਦੇ ਨਾਲ ਤੇ ਕੁਐਸਚਨ ਇਦਾਂ ਦੇ ਬਹੁਤ ਸਾਰੇ ਬਣਦੇ ਆ। ਇੱਕ ਕੁਐਸਚਨ ਹੋਰ ਆਪਾਂ ਦੇਖ ਲੈਂਦੇ ਆ। Give any example of
quadratic equation with non-real coefficient whole root are real। ਤਾਂ ਉਹ ਕੀ ਕਹਿ ਰਿਹਾ, ਕਹਿੰਦਾ ਸਾਨੂੰ ਇੱਕ ਐਗਜ਼ਾਮਪਲ ਦਿਓ ਕੁਆਡਰੈਟਿਕ ਇਕੁਏਸ਼ਨਸ ਦੀ, ਠੀਕ ਹੈ, ਵਿਦ ਨੋਨ ਰੀਅਲ ਕੋਫੀਸ਼ੀਐਂਟ। ਕੁਆਡਰੈਟਿਕ ਇਕੁਏਸ਼ਨ ਮਤਲਬ ਸਕੇਅਰ ਵਾਲੀ ਹੋਗੀ, ਤਾਂ ਇਹਦੇ ਦੋ ਰੂਟਸ ਆਣਗੇ ਆਪਣੇ ਕੋਲ। ਤਾਂ ਨੋਨ ਰੀਅਲ ਕੋਫੀਸ਼ੀਐਂਟਸ ਉਹਨੇ ਗਿਵਨ ਦਿੱਤਾ ਹੋਇਆ ਆਪਾਂ ਨੂੰ ਵੀ ਉਹਦੇ ਕੀ ਹੈ, ਨੋਨ ਰੀਅਲ ਕੋਫੀਸ਼ੀਐਂਟ ਹੈਗੇ ਆ, ਠੀਕ ਹੈ। ਜੇ ਹੈਗੇ ਆ ਤਾਂ ਉਹਦਾ ਆਪਾਂ ਨੂੰ ਕੀ ਪਤਾ ਹੈ, ਜਿਹੜੇ ਰੂਟ ਹੋਣਗੇ ਉਹ ਕੰਪਲੈਕਸ ਹੋਣਗੇ। ਕੰਪਲੈਕਸ ਆਉਣਗੇ ਤਾਂ ਉਹਦੇ ਨਾਲ ਇੱਕ ਕੰਡੀਸ਼ਨ ਹੋਰ ਹੈ ਕਿ ਉਹ ਕੰਜੂਗੇਟ ਪੇਅਰ ਦੇ ਵਿੱਚ ਆਣਗੇ, ਤੇ ਅਗਰ ਕੰਜੂਗੇਟ ਪੇਅਰ ਦੇ ਵਿੱਚ ਆਣਗੇ ਆਪਣੇ ਕੋਲ, ਤਾਂ ਆ ਦੋਨੋਂ ਹੀ ਆਪਣੇ ਕੋਲ ਜਿਹੜੇ ਰੂਟ ਆਏ ਆ ਉਹ ਆਪਣੇ ਕੋਲ ਕੀ ਹੋਣਗੇ, ਕੰਪਲੈਕਸ। ਕਿਉਂਕਿ ਕੰਜੂਗੇਟ ਪੇਅਰ ਹੈ, ਪੇਅਰ ਆਪਣੇ ਕੋਲ ਦੋਨੋਂ ਰੂਟਸ ਦੇ ਦਾ ਬਣੂਗਾ, ਤਾਂ ਦੋਨੋਂ ਹੀ ਆਪਣੇ ਕੋਲ ਕੰਪਲੈਕਸ ਹੋਣਗੇ। ਤਾਂ ਵੂਜ਼ 올 ਰੂਟਸ ਆਰ ਰੀਅਲ ਪੁੱਛਿਆ ਉਹਨੇ, ਤਾਂ ਆਪਣੇ ਕੋਲ ਇਦਾਂ ਦੀ ਕੋਈ ਵੀ ਐਗਜ਼ਾਮਪਲ ਨਹੀਂ ਹੈ, ਠੀਕ ਹੈ। ਤਾਂ ਐਗਜ਼ਾਮਪਲ ਨਾਟ ਐਗਜ਼ਿਸਟ, ਠੀਕ ਹੈ। ਇਦਾਂ ਦੀ ਐਗਜ਼ਾਮਪਲ ਕੋਈ ਵੀ ਐਗਜ਼ਿਸਟ ਨਹੀਂ ਕਰਦੀ ਜਿੰਦੇ ਆਪਣੇ ਕੋਲ ਰੀਅਲ ਰੂਟ ਹੋਣ ਪਰ ਉਹਦੇ ਕੋਫੀਸ਼ੀਐਂਟ ਕਿਹੜੇ ਆ, ਨੋਨ ਰੀਅਲ ਹੋਣ ਕੁਆਡਰੈਟਿਕ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਆ, ਟੌਪਿਕ ਹੈ ਕੁਆਡਰੈਟਿਕ ਇਕੁਏਸ਼ਨ। ਠੀਕ ਹੈ, ਤਾਂ ਕਿਹੜੀ ਹੁੰਦੀ ਹੈ, ਲੈਟ ਕਰ ਲਈ ਆਪਾਂ ਏ ਐਕਸ ਸਕੇਅਰ ਪਲੱਸ ਬੀ ਐਕਸ ਪਲੱਸ ਸੀ ਇਕੁਅਲ ਟੂ 0, ਠੀਕ ਹੈ। ਇਹ ਕੁਆਡਰੈਟਿਕ ਇਕੁਏਸ਼ਨ ਹੈਗੀ ਆ, ਤਾਂ ਇਹਦੇ ਵਿੱਚ ਆਪਣੇ ਕੋਲ ਏ ਬੀ ਐਂਡ ਸੀ ਬਿਲੋਂਗ ਕਿਹਦੇ ਵਿੱਚ ਕਰ ਰਹੇ ਆ, ਰੀਅਲ ਦੇ ਵਿੱਚ ਕਰ ਲਿਆ। ਲੈਟ ਕਰ ਲਿਆ ਅਲਫਾ ਐਂਡ ਬੀਟਾ ਕੀ ਆਪਣੇ ਕੋਲ ਹੈ, ਹੈਜ਼ ਟੂ ਰੂਟਸ, ਠੀਕ ਹੈ। ਇਹਦੇ ਮਤਲਬ ਕੀ ਆਪਾਂ ਅਲਫਾ ਤੇ ਬੀਟਾ ਇਹ ਮੰਨ ਲਏ ਰੂਟਸ ਮੰਨ ਲਏ, ਠੀਕ ਹੈ। ਹੁਣ ਇਹ ਕੀ ਹੈ ਆਪਣੇ ਕੋਲ, ਅਲਫਾ ਔਰ ਬੀਟਾ, ਇਹ ਕੀ ਹੋਣਗੇ, ਜਾਂ ਤਾਂ ਆਈਦਰ ਬੋਥ ਰੂਟਸ ਆਰ ਰੀਅਲ ਹੋਣਗੇ। ਜੇ ਰੀਅਲ ਨਹੀਂ ਹੈ ਤਾਂ ਆਪਾਂ ਨੂੰ ਕੀ ਹੈ ਪਤਾ ਵੀ ਜਦ ਫਿਰ ਬੋਥ ਕੀ ਆਣਗੇ, ਕੰਪਲੈਕਸ ਆਣਗੇ, ਕਿਉਂਕਿ ਕੰਜੂਗੇਟ ਪੇਅਰ ਦੇ ਵਿੱਚ ਹੋਣਗੇ। ਤਾਂ ਆਪਣੇ ਕੋਲ ਇੱਥੇ ਕੀ ਬਣਿਆ, ਆਪਾਂ ਨੂੰ ਪਤਾ ਹੈ ਸਮ ਆਫ ਰੂਟਸ ਮਤਲਬ ਅਲਫਾ ਪਲੱਸ ਬੀਟਾ ਇਜ਼ ਇਕੁਅਲ ਟੂ ਕੀ ਹੁੰਦਾ, ਮਾਈਨਸ ਬੀ ਅਪੋਨ ਏ ਹੁੰਦਾ, ਔਰ ਪ੍ਰੋਡਕਟ ਆਫ ਰੂਟ ਕੀ ਹੁੰਦਾ, ਅਲਫਾ ਐਂਡ ਬੀਟਾ ਕੀ ਹੁੰਦਾ ਆਪਣੇ ਕੋਲ, ਬੀ ਅਪੋਨ ਏ ਹੁੰਦਾ ਆਪਣੇ ਕੋਲ, ਠੀਕ ਹੈ। ਤਾਂ ਆਪਾਂ ਅਗਰ ਇੱਥੋਂ ਇਕੁਏਸ਼ਨ ਬਣਾਉਣੀ ਹੁੰਦੀ ਹੈ, ਅਗਰ ਇਹਨੂੰ ਆਪਾਂ ਐਸ ਲਿਖ ਲਿਆ, ਇਹਨੂੰ ਪੀ ਲਿਖ ਲਿਆ, ਠੀਕ ਹੈ, ਤਾਂ ਇਕੁਏਸ਼ਨ ਕੀ ਬਣੇਗੀ ਆਪਣੇ ਕੋਲ, ਐਕਸ ਸਕੇਅਰ, ਆਹ ਵਾਲਾ ਮਾਈਨਸ ਹੈ, ਮਾਈਨਸ ਐਸ एक्स प्लस बी इक्वल टू 0। आ प्रोडक्ट ऑफ रूट्स है, आ सम ऑफ रूट्स अपने को, ओके। इहदे नाल रिलेटेड आपां की एक क्वेश्चन कर लेने आ, इफ अल्फा बीटा आर ऑफ एक्स स्क्वायर प्लस 1 इक्वल टू 0 है, then find value of अल्फा ओवर बीटा प्लस बीटा ओवर अल्फा, ठीक है। अपने को इत्थे की है, सम ऑफ रूट्स निकाल लेने आपां, मतलब अल्फा प्लस बीटा की होएगा माइनस बी अपॉन ए, मतलब माइनस 1 ओवर 1 इक्वल टू माइनस 1, प्रोडक्ट ऑफ रूट्स अल्फा बीटा की आ गया अपने को 3 ए, मतलब 1 ओवर 1 इक्वल टू 1 आ गया। देयरफॉर अपने को अल्फा ओवर बीटा प्लस बीटा ओवर अल्फा, इनू आप कर दिए सोल्व करिए तो अपने को आ गया अल्फा स्केयर प्लस बीटा स्केयर अपॉन अल्फा बीटा। हाँ, इनू आप लिख सकते हैं, अल्फा प्लस बीटा का होल स्केयर माइनस 2 अल्फा बीटा डिवाइड बाय अल्फा बीटा,
अल्फा प्लस बीटा अपने कोल की है -1 का स्केयर -2 इंटू अल्फा बीटा अपने कोल 1 है ओवर 1 आ गया अपने कोल अल्फा बीटा तो ये अपने कोल की आ गया 1 -2 ओवर 1 तो मतलब -1 आंसर आ गया ठीक है। तो अपने को ये कंपलैक्स नंबर खत्म हो गया अपने को ओके। और इनदी अपने को MCQ है MCQ ਦੀ PDF ਦੇ ਲਈ ਤੁਸੀਂ WhatsApp ਤੇ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜਾਂ ਫਿਰ Telegram ਦੇ ਵਿੱਚ PDF ਦੇ ਲਈ ਆਪਾਂ PDF ਪਾ ਦਾਂਗੇ ਪਹਿਲੀ ਗੱਲ ਹੈ ਤਾਂ ਅਗਰ ਨਹੀਂ ਤਾਂ ਤੁਸੀਂ ਮੈਨੂੰ WhatsApp ਕਰ ਦਿਓ ਤਾਂ ਮੈਂ ਤੁਹਾਨੂੰ PDF ਸੈਂਡ ਕਰ ਦੂੰਗਾ ਓਕੇ ਥੈਂਕ ਯੂ ਜੀ।